ਸਤਨਾਮ ਵਾਹਿਗੁਰੂ ਸਾਹਿਬ ਜੀ। ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਨਾ ਹਉਣਾ ਤੂਣਹਿ ਛੁਟਹਿ, ਨਿਕਟ ਨ ਜਾਇਹੁ ਦੂਤ। ਚਰਨ ਸਾਧ ਕੇ ਤੋਏ ਤੋਏ ਪੀਓ, ਅਰਪ ਸਾਧ ਕੋ ਆਪਣਾ ਜੀਓ। ਸਾਧ ਕੀ ਤੂਰ ਕਰਹੁ ਇਸਨਾਨ, ਸਾਧ ਉਪਰ ਜਾਈਐ ਕੁਰਬਾਨ। ਸਾਧ ਸੇਵਾ ਵਡ ਭਾਗੀ ਪਾਈਐ, ਸਾਧ ਸੰਗ ਹਰਿ ਕੀਰਤਨ ਗਾਈਐ। ਅਨਕ ਬਿਗਨ ਤੇ ਸਾਧੂ ਰਾਖੈ, ਕਿਰਪਾ ਕਰਹੁ ਦੀਨ ਕੇ ਦਾਤੇ। ਮੇਰਾ ਗੁਣ ਅਵਗਣ ਨਾ ਵਿਚਾਰਹੁ ਕੋਈ, ਮਾਟੀ ਕਾ ਕਿਆ ਤੋਪੈ ਸੁਆਮੀ। ਮਾਨਸ ਕੀ ਗਤ ਏਹੀ, ਜਿਥੈ ਨਾਮ ਜਪੀਐ ਪ੍ਰਭ ਪਿਆਰੇ। ਸੇ ਅਸਥਲ ਸੋਇਨ ਚੌਬਾਰੇ, ਜਿਥੈ ਨਾਮ ਨ ਜਪੀਐ ਮੇਰੇ ਗੋਇੰਦਾ। ਸੇਈ ਨਗਰ ਉਜਾੜੀ ਜੀਓ, ਭਲੀ ਸੁਹਾਵੀ ਛਾਪਰੀ। ਜਾ ਮਹਿ ਗੁਣ ਗਾਏ, ਕਿਤਹੀ ਕਾਮ ਨਾ ਤੌਲ ਹਰ। ਜਿਤ ਹਰ ਬਿਸਰਾਏ, ਬੇਸੁਮਾਰ ਅਥਾਹ ਗਨਤ ਤੋਲੈ। ਜੋ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ। ਕਬੀਰ ਜਾ ਘਰ ਸਾਧ ਨ ਸੇਵਿਅਹਿ, ਹਰਿ ਕੀ ਸੇਵਾ ਨਾਹਿ। ਤੇ ਘਰ ਮਰਹਟ ਸਾਰਖੇ, ਭੂਤ ਬਸਹਿ ਤਿਨ ਮਾਹੇ। ਤੇ ਘਰ ਮਰਹਟ ਸਾਰਖੇ, ਭੂਤ ਬਸਹਿ ਤਿਨ ਮਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਛਲ, ਕਿਰਪਾ ਨਿਧ ਕਰੁਣਾ ਨਿਧ ਦਇਆ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ
ਤਿਨਾਂ ਦੀ ਅਪਾਰ ਮਿਹਰਾਮਤ ਹੈ। ਅਥਾਹ ਬਖਸ਼ਿਸ਼ ਹੈ ਸਤਿਗੁਰੂ ਸਾਹਿਬ ਜੀ ਦੀ, ਜੋ ਸਾਨੂੰ ਸਭ ਨੂੰ ਆਪਣੀ ਮਿਹਰ ਭਰੀ ਨਦਰ ਕਰਕੇ ਆਪਣੀ ਪਾਵਨ ਪਵਿੱਤਰ ਚਰਨ ਸ਼ਰਨ ਹਜ਼ੂਰੀ ਦੇ ਅੰਦਰ ਸਤ ਸੰਗਤ ਰੂਪ ਵਿੱਚ ਜੁੜਨ ਦਾ ਉੱਤਮ ਵਣਜਾਰਿਆਂ ਦੀ ਨਿਆਈ ਆਪਣੇ ਜੀਵਨ ਦੀ ਅਮੁੱਲਕ ਰਾਸ ਨੂੰ ਬੰਦਗੀ ਦੇ ਕਰਮ ਨਾਲ ਸਫਲ ਕਰਨ ਦਾ ਅਵਸਰ ਬਖਸ਼ਿਸ਼ ਕਰਕੇ ਨਵਾਜ਼ਿਸ਼ ਕੀਤੀ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਸਤਿਗੁਰੂ ਕੀ ਰਹਿਮਤ ਨੂੰ ਗੁਰ ਹਜ਼ੂਰੀ ਵਿੱਚ ਜੁੜ ਬੈਠ ਕੇ ਕਥਾ ਕੀਰਤਨ ਦੇ ਰੂਪ ਵਿੱਚ ਮਾਨਣ ਦਾ, ਪ੍ਰਾਪਤ ਕਰਨ ਦਾ ਨਿਰਮਲ ਯਤਨ ਕਰਦੇ ਹੋ ਜੀ। ਸਤਿਗੁਰੂ ਕੀ ਬਾਣੀ ਕੇ ਵਾਕ ਹਨ ਕਿ ਇਸ ਯੁੱਗ ਦੇ ਵਿੱਚ ਧਨਵੰਤ, ਕੁਲਵੰਤ, ਪਤਵੰਤ, ਸੂਰਬੀਰ ਉਹ ਪੁਰਖ ਹਨ ਜਿਨ੍ਹਾਂ ਦੇ ਹਿਰਦੇ ਅੰਦਰ ਪੁਰਖ ਭਗਵੰਤ ਭਾਵ ਕੇ ਅਕਾਲ ਪੁਰਖ ਪ੍ਰਭੂ ਦੀ ਯਾਦ ਦਾ ਨਿਰਮਲ ਵਾਸ ਹੈ। ਸਤਿਗੁਰੂ ਕੀ ਅਪਾਰ ਕਿਰਪਾ ਸਦਕਾ ਆਪ ਜੀ ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਦੇ ਲੜੀਵਾਰ ਸ਼ਲੋਕਾਂ ਦੀ ਵਿਚਾਰ ਸ਼ਰਵਣ ਕਰ ਰਹੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਜਾ ਘਰ ਸਾਧ ਨ ਸੇਵਿਅਹਿ, ਹਰ ਕੀ ਸੇਵਾ ਨਾਹੇ। ਭਗਤ ਸਾਹਿਬ ਭਗਤ ਕਬੀਰ ਸਾਹਿਬ ਜੀ ਲੜੀਵਾਰ ਸ਼ਲੋਕਾਂ ਦੇ ਅੰਤਰਗਤ ਇਸ ਤੋਂ ਪਹਿਲੇ ਸ਼ਲੋਕਾਂ ਦੇ ਅੰਤਰਗਤ ਬਖਸ਼ਿਸ਼ ਕਰਕੇ ਨਵਾਜਿਆ ਸੀ ਕਿ ਅਕਾਲ ਪੁਰਖ ਦੀ ਹਸਤੀ ਨੂੰ ਰਾਮ ਵਿਸ਼ੇਸ਼ਣ ਤਹਿਤ ਜ਼ਿਕਰ ਕਰਕੇ ਸੰਸਾਰ ਦਾ ਹਰੇਕ ਪ੍ਰਾਣੀ ਮਾਤਰ ਯਾਦ ਕਰਦਾ ਹੈ, ਪਰ ਬਹੁਤ ਘੱਟ ਹਨ ਜਿਹੜੇ ਉਸ ਰਾਮ ਸ਼ਬਦ ਦੀ ਵਿਚਾਰ ਕਰਕੇ ਉਸ ਪ੍ਰਭੂ ਦੀ ਵਿਆਪਕ ਹਸਤੀ ਨੂੰ ਅਨੇਕਤਾ ਦੇ ਵਿੱਚ ਏਕ ਰੂਪ ਵਿੱਚ ਬੁੱਝ ਕੇ ਤੇ ਉਹਦੇ ਨਿਕਟ ਹਜ਼ੂਰੀ ਅਭਿਆਸ ਵਿੱਚ ਰਹਿੰਦੇ ਹਨ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਕਿ ਰਾਮ ਜਪਣ ਦਾ ਭਾਵ ਇਹ ਹੈ ਕਿ ਧਰਤੀ 'ਤੇ ਅਨੇਕਤਾ ਹੈ ਅਤੇ ਏਕੋ ਰਾਮ ਕਹਿਣ ਦਾ ਭਾਵ ਹੈ ਕਿ ਮੁੜ ਉਹਦੇ ਵਿੱਚ ਏਕੋ ਹੋ ਜਾਣਾ, ਨਾ ਕਿ ਜਿਹੜਾ ਜਗਤ ਦੇ ਦੋਹਰੇ ਜਾਂ ਬੇਅੰਤ ਰੂਪ ਬਣੇ ਹਨ ਉਹਨਾਂ ਦੇ ਵਿੱਚ ਮਨੁੱਖ ਦੀ ਸੁਰਤ ਭਟਕ ਜਾਵੇ। ਸਰਲ ਭਾਵ ਦੇ ਵਿੱਚ ਕਿ ਮਨੁੱਖ ਦੀ ਜਿਹੜੀ ਬੰਦਗੀ ਦਾ ਮਰਕਜ਼ ਹੈ ਉਹ ਰਾਮ ਸ਼ਬਦ ਦੇ ਤਹਿਤ ਇੱਕੋ ਹੀ ਹੋਣਾ ਚਾਹੀਦਾ ਹੈ। ਇਸ ਪ੍ਰਕਾਰ ਬਖਸ਼ਿਸ਼ ਕਰਦੇ ਹਨ। ਕਬੀਰ ਜਾ ਘਰ ਸਾਧ ਨ ਸੇਵਿਅਹਿ, ਹਰ ਕੀ ਸੇਵਾ ਨਾਹੇ। ਭਗਤ ਕਬੀਰ ਸਾਹਿਬ ਜੀ ਅੱਜ ਦੇ ਇਸ ਪਾਵਨ ਸ਼ਲੋਕ ਦੁਆਰਾ ਬਖਸ਼ਿਸ਼ ਕਰਦਿਆਂ ਫਰਮਾਉਂਦੇ ਹਨ, ਕਬੀਰ ਜਾ ਘਰ ਸਾਧ ਨ ਸੇਵਿਅਹਿ। ਜਿਸ ਘਰ ਦੇ ਵਿੱਚ ਬੰਦਗੀ ਰਤੇ ਗਿਆਨ ਦੇ ਅਭਿਆਸ ਵਾਲੇ, ਧਰਮ ਦੇ ਸ਼ੁਭ ਗੁਣਾਂ ਦੀ ਵੱਡੀ ਕਾਰ ਕਮਾਉਣ ਵਾਲੇ ਸਾਧ ਪੁਰਖਾਂ ਦੀ ਸੇਵਾ ਦਾ ਕੋਈ ਯਤਨ ਨਹੀਂ ਹੈ। ਹਰੀ ਦੀ ਸੇਵਾ ਭਾਵ ਜਿੱਥੇ ਸ਼ਬਦ ਦਾ ਜਪ ਨਹੀਂ ਹੈ, ਪ੍ਰਭੂ ਦੀ ਕੀਰਤੀ ਦਾ ਗਾਇਨ ਨਹੀਂ ਹੈ, ਜਿੱਥੇ ਅਧਿਆਤਮਕ ਅਰਥਾਂ ਵਾਲੀ ਗਿਆਨ ਦੀ ਚਰਚਾ ਨਹੀਂ ਹੈ, ਜੀਵਨ ਦਾ ਜਾਂ ਦਾਤਾਰ ਦਾ ਵੱਡਾ ਧੰਨਵਾਦ ਭਾਵ ਨਹੀਂ, ਇਸ ਤਰ੍ਹਾਂ ਦੀ ਜਿੱਥੇ ਹਰੀ ਦੀ ਸੇਵਾ ਨਹੀਂ ਹੈ, ਭਗਤ ਕਬੀਰ ਸਾਹਿਬ ਜੀ ਕਹਿੰਦੇ ਐਸੇ ਘਰ ਮਰਹਟ ਸਾ ਰਖੇ। ਉਹ ਮਸਾਣਾ ਵਾਂਗ ਹਨ। ਜਿਵੇਂ ਕਬਰਸਤਾਨ ਦੇ ਵਿੱਚ, ਸ਼ਮਸ਼ਾਨ ਘਾਟ ਦੇ ਵਿੱਚ ਜਿਹੜਾ ਹੈ ਮੰਨਿਆ ਜਾਂਦਾ ਹੈ ਕਿ ਉਸ ਤੋਂ ਬਾਅਦ ਕੇਵਲ ਮੁਰਦੇ ਰਹਿੰਦੇ ਹਨ, ਇਸ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹ ਘਰ ਮਸਾਣਾ ਵਰਗੇ ਹਨ ਅਤੇ ਜਿਹੜੇ ਉੱਥੇ ਜੀਵ ਰਹਿੰਦੇ ਹਨ ਉਹ ਭੂਤਾਂ ਵਰਗੇ ਹਨ। ਭਾਵ ਕਿ ਉਹਨਾਂ ਦੀ ਦਿੱਖ, ਉਹਨਾਂ ਦੇ ਜੀਵਨ ਦਾ ਸਾਰਾ ਪ੍ਰਭਾਵ ਭੂਤ ਵਾਂਗ ਡਰਾਵਣਾ, ਭੂਤ ਵਾਂਗ ਜਿਹੜਾ ਭਿਆਨਕ ਪ੍ਰਤੀਤ ਹੁੰਦਾ ਹੈ। ਇਸ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਹੁਣ ਇਸ ਸ਼ਲੋਕ ਨੂੰ ਸ਼ਬਦ ਵਿਚਾਰ ਦੇ ਨੁਕਤੇ ਤੋਂ ਸਮਝਣ ਦਾ, ਵਿਚਾਰਨ ਦਾ ਯਤਨ ਕਰੀਏ ਜੀ। ਭਗਤ ਕਬੀਰ ਸਾਹਿਬ ਜੀ ਸ਼ਬਦ ਵਰਤਿਆ ਜਾ ਘਰ ਸਾਧ ਨ ਸੇਵਿਅਹਿ, ਤਾਂ ਜੇ
ਸਰਲ ਭਾਵ ਦੇ ਨਾਲ ਵੀ ਇਸ ਸ਼ਲੋਕ ਨੂੰ ਸਮਝਣ ਦਾ, ਵਿਚਾਰਨ ਦਾ ਯਤਨ ਕਰੀਏ ਤਾਂ ਇੱਕ ਗੱਲ ਸਮਝ ਆਉਂਦੀ ਹੈ ਕਿ ਜਗਤ ਦੇ ਵਿੱਚ ਚਾਹੇ ਮਾਲਕ ਦੀ ਰਚਨਾ ਹੈ, ਚਾਹੇ ਮਨੁੱਖ ਨੇ ਕੋਈ ਆਪਣੀ ਅਕਲ, ਆਪਣੇ ਤਾਣ ਸਮਰੱਥਾ ਦੇ ਨਾਲ ਕੁਝ ਵੀ ਧਰਤੀ 'ਤੇ ਉਸਾਰਿਆ, ਪੈਦਾ ਕੀਤਾ, ਬਣਾਇਆ ਹੈ, ਭਗਤ ਕਬੀਰ ਉਹਦੇ ਅਨੁਸਾਰ ਅਸੀਂ ਜਾਣਦੇ ਹਾਂ ਕਿ ਉਹਦਾ ਇੱਕ ਖਾਸ ਅਰਥ ਹੈ। ਉਹਦਾ ਇੱਕ ਦੋ ਤਰ੍ਹਾਂ ਦੇ ਅਰਥ ਹੁੰਦੇ ਹਨ। ਇੱਕ ਹੈ ਜਿਹਦੇ ਵਿੱਚ ਮਨੁੱਖ ਆਪਣੇ ਆਪ ਨੂੰ ਫੀਡ ਕਰਦਾ ਹੈ ਜਾਂ ਆਪਣੇ ਨਿੱਜ ਤੱਕ ਸੀਮਤ ਰਹਿੰਦਾ ਹੈ। ਦੂਜਾ, ਉਸ ਚੀਜ਼ ਦੇ ਨਾਲ ਸਾਰੀ ਲੋਕਾਈ ਦਾ ਕਲਿਆਣ ਕਰੇ ਜਾਂ ਉਹਦਾ ਕੋਈ ਵੱਡਾ ਅਰਥ ਬਣਾ ਕੇ ਉਸ ਚੀਜ਼ ਦੇ ਨਾਲ ਧਰਤੀ ਦੀ ਸੇਵਾ ਕਰੇ। ਇਹ ਦੋ ਅਰਥ ਨੇ। ਜਿਵੇਂ ਉਦਾਹਰਨ ਦੇ ਤੌਰ 'ਤੇ ਕਿਸੇ ਇਨਸਾਨ ਕੋਲੋਂ ਆਪਣੀਆਂ ਲੋੜਾਂ ਤੋਂ ਵੱਧ ਅਪਾਰ ਧਨ ਆ ਗਿਆ ਹੈ ਅਤੇ ਹੁਣ ਉਹ ਅਪਾਰ ਧਨ ਉਹਦੀਆਂ ਲੋੜਾਂ ਪੂਰਤੀਆਂ ਹਨ। ਵਧੀਕ ਧਨ ਉਹਦਾ ਗੁਮਾਨ ਨਾ ਬਣੇ, ਉਹਦੀ ਵਾਸਨਾ, ਤ੍ਰਿਸ਼ਨਾ, ਅਹੰਕਾਰ ਨਾ ਬਣੇ। ਇਸ ਕਰਕੇ ਵਧੀਕ ਧਨ ਨੂੰ ਸੇਵਾ ਦੇ ਪ੍ਰਯੋਜਨ ਵਿੱਚ ਲਗਾਉਣਾ ਠੀਕ ਹੈ। ਅਗਰ ਨਹੀਂ ਲਗਾਇਆ ਜਾਏਗਾ ਉਹਦਾ ਕੋਈ ਦੂਜਾ ਅਰਥ ਬਣ ਜਾਏਗਾ ਜਿਹੜਾ ਮਨੁੱਖ ਦੇ ਜੀਵਨ ਨੂੰ ਭ੍ਰਮਿਤ ਕਰੇਗਾ। ਇਸ ਕਰਕੇ ਸਿਆਣੇ ਪੁਰਸ਼ਾਂ ਨੇ ਕਿਹਾ ਕਿ ਜਿਹੜਾ ਧਰਮ ਦਾ ਸਹੀ ਸਿਧਾਂਤ ਹੈ ਨਾ, ਉਹ ਪ੍ਰਕਿਰਤੀ ਤੋਂ ਸਿੱਖਿਆ ਜਾ ਸਕਦਾ। ਜਾਨਵਰ ਸਾਡੇ ਕੋਲੋਂ ਕੇਵਲ ਚਾਰਾ ਲੈਂਦੇ ਨੇ, ਇਸ ਤੋਂ ਵਧੇਕ ਕੁਝ ਨਹੀਂ ਲੈਂਦੇ। ਪਾਣੀ ਵੀ ਧਰਤੀ ਦਾ ਉਹ ਕਿਤੋਂ ਨਾ ਕਿਤੇ ਪੀ ਲੈਂਦੇ ਨੇ, ਕਈ ਵਾਰੀ ਗੰਦਾ ਪਾਣੀ ਵੀ ਪੀ ਲੈਂਦੇ ਨੇ। ਪਰ ਜਦੋਂ ਕੁਝ ਆਪਣੇ ਸਰੀਰ ਦੇ ਵਿੱਚੋਂ ਪੈਦਾਇਸ਼ ਕਰਦੇ ਨੇ ਤਾਂ ਉਹ ਅੰਮ੍ਰਿਤ ਵਰਗੇ ਦੁੱਧ ਦੀ ਕਰਦੇ ਨੇ। ਅਤੇ ਦੁੱਧ ਤੋਂ ਅੱਗੇ ਅਨੇਕਾਂ ਪਦਾਰਥ, ਉਸ ਤੋਂ ਅੱਗੇ ਜੇ ਜੀਵ ਮਰ ਜਾਏ ਜਾਨਵਰ, ਉਹਦਾ ਖੱਲ, ਚਮੜਾ, ਹੱਡੀ, ਕਿਤਨਾ ਕੁਝ ਉਹਦਾ ਕੰਮ ਹੁੰਦਾ। ਮਤਲਬ ਜਿਤਨਾ ਵੀ ਧਰਤੀ 'ਤੇ ਜੇ ਇੰਨੇ ਜ਼ਿਆਦਾ ਮਨੁੱਖ ਧਰਤੀ 'ਤੇ ਕੋਈ ਜੀਵਨ ਨਹੀਂ ਨਿਭਾਉਂਦਾ ਅਤੇ ਉਹ ਧਰਤੀ 'ਤੇ ਠੀਕ ਜੀਵਨ ਨਹੀਂ ਮੰਨਿਆ ਜਾ ਸਕਦਾ। ਇਹ ਮੰਨਿਆ ਜਾ ਸਕਦਾ ਕਿ ਬੰਦਾ ਧਰਤ ਨੂੰ ਖਾ ਰਿਹਾ ਪਰ ਉਹਦਾ ਖਾ ਕੇ ਇਵਜ਼ ਨਹੀਂ ਉਹਦਾ ਪੂਰਾ ਪ੍ਰਦਾਨ ਕਰ ਰਿਹਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਸ਼ਬਦ ਵਰਤਿਆ, ਜਾ ਘਰ ਸਾਧ ਨਾ ਸੇਵੀਐ। ਜਿਸ ਘਰ ਦੇ ਵਿੱਚ ਸਾਧ ਪੁਰਖਾਂ ਦੀ ਸੇਵਾ ਦਾ ਕੋਈ ਪ੍ਰਯੋਜਨ ਨਹੀਂ ਹੈ। ਹੁਣ ਜਦੋਂ ਭਗਤ ਕਬੀਰ ਸਾਹਿਬ ਜੀ ਨੇ ਸਾਧ ਪੁਰਖਾਂ ਦੀ ਸੇਵਾ ਕਿਹਾ ਹੈ ਤਾਂ ਇਹਦੇ ਦੋ ਮੁੱਖ ਨੁਕਤੇ ਹਨ। ਇੱਕ ਤਾਂ ਹੈ ਕਿ ਉਹਨਾਂ ਦੇ ਅੰਦਰ ਸੇਵਾ ਦਾ ਪ੍ਰਯੋਜਨ ਹੋਵੇ, ਅਤੇ ਸੇਵਾ ਦੇ ਪ੍ਰਯੋਜਨ ਦੇ ਲਈ ਮਨੁੱਖ ਦੇ ਅੰਦਰ ਜਿਹੜਾ ਹੈ ਭਾਵ ਹੋਣਾ ਜ਼ਰੂਰੀ ਹੈ। ਮਨੁੱਖ ਦੇ ਅੰਦਰ ਇੱਕ ਖਾਸ ਤਰ੍ਹਾਂ ਦੀ ਅਧਿਆਤਮਕ ਧਾਰਮਿਕ ਸੂਝ ਹੋਣੀ ਜ਼ਰੂਰੀ ਹੈ ਕਿ ਉਹ ਆਪਣੀ ਸੇਵਾ ਦਾ ਮਨੋਰਥ ਪਛਾਣੇ, ਆਪਣੇ ਘਰ ਦੀ ਜਿਹੜੀ ਮੌਜੂਦਗੀ ਧਰਤੀ 'ਤੇ ਬਣ ਗਈ ਹੈ ਉਹਦਾ ਵੱਡਾ ਅਰਥ ਪੈਦਾ ਕਰੇ। ਉਦਾਹਰਨ ਦੇ ਤੌਰ 'ਤੇ ਇੱਕ ਸਕੂਲ ਹੁੰਦਾ ਹੈ, ਕਿਸੇ ਜਗ੍ਹਾ ਉਸਰ ਜਾਂਦਾ ਹੈ। ਉਸ ਸਕੂਲ ਦੇ ਵਿੱਚ ਉਹ ਜਿਸ ਹਿੱਸੇ ਵਿੱਚ ਉਸਰ ਜਾਂਦਾ ਹੈ ਉੱਥੋਂ ਦੇ ਕਿੰਨੇ ਹਿੱਸਿਆਂ ਨੂੰ ਉਹ ਗਿਆਨ ਦੇ ਧਨ ਨਾਲ ਤ੍ਰਿਪਤ ਕਰਦਾ ਹੈ। ਹਜ਼ਾਰਾਂ, ਕਈ ਵਾਰੀ ਹੁਣ ਤਾਂ ਚਲੋ ਵਿੱਦਿਆ ਦਾ ਦਾਇਰਾ ਵਸੀਹ ਹੋ ਗਿਆ। ਪਹਿਲੇ ਸਮਿਆਂ ਦੇ ਵਿੱਚ ਬਹੁਤ ਦੂਰੀ ਹੁੰਦੀ ਸੀ ਇੱਕ ਤੋਂ ਦੂਜੇ ਸਕੂਲ ਦੇ ਵਿੱਚ, ਤਾਂ ਇੱਕ ਜਗ੍ਹਾ ਬਣਿਆ ਹੋਇਆ ਵਿੱਦਿਆ ਦਾ ਮੰਦਰ ਹਜ਼ਾਰਾਂ ਕਿਲੋਮੀਟਰ, ਸੈਂਕੜੇ ਕਿਲੋਮੀਟਰ ਤੱਕ ਅਨੇਕ ਵਿਦਿਆਰਥੀਆਂ ਦੇ ਜੀਵਨ ਨੂੰ ਧਨ, ਵਿੱਦਿਆ ਦੇ ਧਨ ਨਾਲ ਸੰਵਾਰਦਾ ਸੀ। ਇਸ ਕਰਕੇ ਇੱਕ ਗ੍ਰਸਤੀ ਦਾ ਬਣਿਆ ਹੋਇਆ ਘਰ, ਜਿਹਨੂੰ ਅੱਜ ਦੇ ਸਮੇਂ ਵਿੱਚ ਸੱਭਿਅਕ ਕਿਹਾ ਜਾਂਦਾ ਹੈ ਜਾਂ ਉਹਨੂੰ ਮਾਡਰਨ ਕਿਹਾ ਜਾਂਦਾ ਹੈ, ਪੋਸਟ ਮਾਡਰਨ ਕਿਹਾ ਜਾਂਦਾ ਹੈ ਜਾਂ ਪ੍ਰੀ ਪੋਸਟ ਮਾਡਰਨ ਕਿਹਾ ਜਾਂਦਾ ਹੈ, ਅਗਰ ਉਸ ਘਰ ਦੇ ਵਿੱਚ ਉਸ ਘਰ ਤੋਂ ਜਿਹੜਾ ਜੀਵਨ ਦੀ ਤਰਜ਼ ਬਣ ਰਹੀ ਹੈ, ਉਸ ਜੀਵਨ ਦੀ ਤਰਜ਼ ਵਿੱਚ ਧਰਤੀ ਦੀ ਇਨਸਾਨੀਅਤ ਨੂੰ ਉਭਾਰਨ ਦਾ ਕੋਈ ਕਰਮ ਨਹੀਂ ਪੈਦਾ ਹੋ ਰਿਹਾ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਇਸ ਘਰ ਦਾ ਸੰਕਟ ਹੈ। ਇਹ ਬਿਲਡਿੰਗ ਤਾਂ ਇੰਨਾ ਉਸਾਰ ਲਈ, ਬਿਲਡਿੰਗ ਦੇ ਵਿੱਚ ਖੁਦ ਵੀ ਰਹਿ ਰਹੇ ਨੇ, ਬਿਲਡਿੰਗ ਦੇ ਵਿੱਚ ਵਸੀਲੇ ਵੀ ਨੇ, ਪਰ ਬਿਲਡਿੰਗ ਦੇ ਵਿੱਚ ਵਸੀਲਿਆਂ ਦਾ ਕੋਈ ਵੱਡਾ ਅਰਥ ਜਾਂ ਮਰਕਜ਼ ਨਾ ਹੋਣ ਕਰਕੇ ਇਹ ਧਰਤੀ 'ਤੇ ਬੋਝ ਬਣੇ ਹਨ। ਜਦੋਂ ਬਾਬਾ ਫਰੀਦ ਸਾਹਿਬ ਜੀ ਆਖਦੇ ਨੇ ਵਿਸਰਿਆ ਜਿਨ ਨਾਮ, ਉਹ ਇਕੱਲਾ ਦੇਹ ਦਾ ਮਸਲਾ ਨਹੀਂ ਹੈ। ਉੱਥੇ ਇਹਦਾ ਵੀ ਮਸਲਾ ਹੈ ਕਿ ਧਰਤੀ ਦੇ ਇਸ ਹਿੱਸੇ ਨੂੰ ਘਰ ਦੇ ਲਈ ਕਵਰ ਤਾਂ ਕਰ ਲਿਆ, ਇਸ ਕਵਰ ਕਰਨ ਦੇ ਵਿੱਚ ਨਾ ਇੱਥੋਂ ਦਇਆ ਪ੍ਰਫੁੱਲਤ ਹੋ ਰਹੀ ਹੈ, ਨਾ ਗਿਆਨ ਦਾ ਕੋਈ ਅਭਿਆਸ ਬਣ ਰਿਹਾ ਹੈ, ਨਾ ਇੱਥੇ ਕੋਈ ਸੇਵਾ ਦੀ ਕਾਰ ਚੱਲ ਰਹੀ ਹੈ, ਨਾ ਇੱਥੇ ਕੋਈ ਸਤਸੰਗਤ ਦਾ ਜਾਂ ਕੋਈ ਹੋਰ ਰੂਪ ਬਣ ਰਿਹਾ ਹੈ, ਅਤੇ ਨਾ ਹੀ ਇਹ ਧਰਤੀ ਸਾਡਾ ਘਰ ਕਿਸੇ ਦੀ ਟਕਸਾਲ ਬਣ ਰਿਹਾ ਹੈ। ਪਰ ਟਕਸਾਲ ਦਾ ਮਤਲਬ ਕਿ ਉਹ ਆਪਣੇ ਜੀਵਾਂ ਦੀ ਵੀ ਘਾੜਤ ਨਹੀਂ ਘੜ ਰਿਹਾ, ਦੂਜੇ ਦਾ ਤਾਂ ਕੀ ਘੜਨੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਾ ਘਰ ਸਾਧ ਨਾ ਸੇਵੀਐ।
ਇਸ ਕਰਕੇ ਅਸੀਂ ਨਾ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਸੰਬੰਧੀ ਇੱਕ ਵਾਕ ਪੜ੍ਹਦੇ ਆ, ਬਹੁਤ ਮਜਬੂਰ ਕਰਦਾ ਉਹ ਵਾਕ ਸਮਝਣ ਲਈ ਵੀ ਗੱਲ ਕੀ ਹੈ। ਵਾਕ ਹੈ, ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਿਸੋਵਾ। ਹੁਣ ਮਨੁੱਖ ਸੋਚੇ ਕਿ ਗੁਰੂ ਬਾਬੇ ਨੇ ਜਿੱਥੇ ਮੁਬਾਰਕ ਚਰਨ ਕਦਮ ਪਾਏ, ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ, ਉੱਥੇ ਧਰਮਸ਼ਾਲਾ ਗੁਰੂ ਨਾਨਕ ਸਾਹਿਬ ਜੀ ਨੇ ਕਾਇਮ ਕੀਤੀ। ਇੱਕ ਗੱਲ ਯਾਦ ਰੱਖਣ ਯੋਗ ਹੈ, ਜਿੰਨਾ ਚਿਰ ਧਰਤੀ 'ਤੇ ਅਧਿਆਤਮਿਕਤਾ ਆਪਣਾ ਇੰਸਟੀਚਿਊਟ ਨਹੀਂ ਬਣਾਏਗੀ, ਆਪਣੀ ਔਰਗੇਨਾਈਜੇਸ਼ਨ ਨਹੀਂ ਬਣਾਏਗੀ, ਧਰਤੀ 'ਤੇ ਅਧਿਆਤਮਿਕਤਾ ਠੀਕ ਤਰੀਕੇ ਨਾਲ ਪ੍ਰਫੁੱਲਤ ਵੀ ਨਹੀਂ ਹੋਏਗੀ। ਜਿੱਥੇ ਗੁਰੂ ਨਾਨਕ ਸਾਹਿਬ ਗਏ, ਸੰਗਤਾਂ ਕੁਝ ਦਿਨ ਠਹਿਰਦੇ ਸਨ, ਗਿਆਨ ਦੇ ਨਾਲ, ਬੰਦਗੀ ਦੇ ਨਾਲ, ਕੀਰਤਨ ਦੇ ਨਾਲ, ਆਪਣੀ ਦਇਆ ਮਿਹਰ ਦੀ ਛੋਹ ਦੇ ਨਾਲ ਗੁਰੂ ਨਾਨਕ ਸਾਹਿਬ ਨਿਹਾਲ ਕਰਦੇ ਸਨ। ਅਤੇ ਉਸ ਤੋਂ ਬਾਅਦ ਲੋਕਾਂ ਦੀ ਮੰਗ ਕੀ ਹੁੰਦੀ ਸੀ ਕਿ ਗੁਰੂ ਸਾਹਿਬ ਜੀ ਸਾਡੇ ਪਾਸ ਹੋਰ ਦਿਨ ਠਹਿਰੋ, ਅਸੀਂ ਤੁਹਾਡੀ ਵਧੀਕ ਸੇਵਾ ਕਰਾਂਗੇ, ਸਾਰਾ ਨਗਰ ਤੁਹਾਡੀ ਸੇਵਾ ਵਿੱਚ ਜੁੜੇ ਰਹਾਂਗੇ। ਤਾਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਇਹ ਮੇਰਾ ਮਕਸਦ ਨਹੀਂ। ਮੇਰਾ ਮਕਸਦ ਹੈ ਜੇ ਤੁਹਾਡੇ ਅੰਦਰ ਇਹ ਜੀਵਨ ਬਣ ਗਿਆ ਹੈ, ਹੁਣ ਇਸ ਜੀਵਨ ਨੂੰ ਜਿਹੜਾ ਹੈ ਨਿਰੰਤਰਤਾ ਦੇ ਵਿੱਚ ਪਾਓ। ਅਤੇ ਗੁਰੂ ਨਾਨਕ ਸਾਹਿਬ ਧਰਮਸਾਲ ਦਾ ਨਿਰਮਾਣ ਕਰਾਉਂਦੇ ਸਨ ਅਤੇ ਉੱਥੇ ਉਹਨਾਂ ਨੂੰ ਇੱਕ ਸਿਧਾਂਤ ਦਿੰਦੇ ਸਨ ਕਿ ਦੋਵੇਂ ਵਕਤ ਸਤਸੰਗਤ ਰੂਪ ਵਿੱਚ ਜੁੜਨਾ ਹੈ ਅਤੇ ਯਥਾ ਸ਼ਕਤ ਇੱਥੇ ਲੰਗਰ ਦੀ ਕਾਰ ਚਲਾਉਣੀ ਹੈ। ਕਿ ਧਰਤੀ 'ਤੇ ਜਿਹੜੀ ਮਨੁੱਖਤਾ ਹੈ, ਇਸ ਕਰਕੇ ਅਧਿਆਤਮਿਕਤਾ ਦੇ ਪੈਦਾ ਹੋਣ ਦਾ ਪਹਿਲਾ ਹੀ ਅਰਥ ਇਹ ਹੈ ਕਿ ਬੰਦੇ ਦੀ ਜਿਹੜੀ ਇਨਸਾਨੀ ਹੋਂਦ ਹੈ, ਉਹਨੂੰ ਉਹਦੇ ਅਰਥ ਪਤਾ ਲੱਗਣ। ਇਸ ਕਰਕੇ ਸ਼ੇਖ ਸਾਦੀ ਨੇ ਇੱਕ ਗੱਲ ਕਹੀ ਹੈ, ਕਹਿੰਦਾ ਕਿ ਜਿਵੇਂ ਚੰਦਨ ਦੇ ਵਿੱਚ ਖੁਸ਼ਬੂ ਨਾ ਹੋਵੇ ਅਤੇ ਅਸੀਂ ਉਹਨੂੰ ਚੰਦਨ ਨਹੀਂ ਕਹਿ ਸਕਦੇ ਜੇ ਉਹਦੇ 'ਚ ਖੁਸ਼ਬੂ ਹੀ ਨਹੀਂ ਹੈ। ਅਤੇ ਕਹਿੰਦਾ ਜੇ ਇਨਸਾਨ, ਜਿਹਨੂੰ ਮਨੁੱਖ ਕਹਿੰਦੇ ਆ, ਜੇ ਉਹਦੇ ਅੰਦਰ ਇਨਸਾਨੀਅਤ ਵਾਲੇ ਗੁਣਾਂ ਦੀ ਭਰਪੂਰਤਾ ਹੀ ਨਹੀਂ ਹੈ ਅਤੇ ਉਸ ਨੂੰ ਇਨਸਾਨ ਕਹਿਣ ਦੀ ਕੀ ਤੁੱਕ ਬਾਕੀ ਰਹਿੰਦੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਾ ਘਰ ਸਾਧਨਾ ਸੇਵੀ ਇਹ। ਇਹਦਾ ਭਾਵ ਹੈ, ਜਦੋਂ ਭਗਤ ਕਬੀਰ ਸਾਹਿਬ ਜੀ ਜਾਂ ਘਰ ਕਹਿ ਰਹੇ ਹਨ ਤਾਂ ਉਹ ਸਾਨੂੰ ਸਾਡਾ ਧਰਤੀ 'ਤੇ ਘਰ ਕਿਵੇਂ ਹੋਣਾ ਚਾਹੀਦਾ ਹੈ, ਇਹਦੀ ਗਿਆਨਾਤਮਕ ਕੰਸੈਪਸ਼ਨ ਸਮਝਾ ਰਹੇ ਹਨ। ਕਿ ਜਦੋਂ ਸਾਡਾ ਘਰ ਧਰਤੀ 'ਤੇ ਬਣਨਾ, ਉਹਨੇ ਕਿਹੜੇ ਅਰਥਾਂ ਵਿੱਚ ਬਣਨਾ ਹੈ, ਇਕੱਲੇ ਬਿਲਡਿੰਗ ਦੇ ਨੁਕਤੇ ਤੋਂ ਬਣਨਾ ਹੈ ਕਿ ਜਾਂ ਇਕੱਲੇ ਅੰਦਰੂਨੀ ਪਦਾਰਥਾਂ ਦੇ ਭਰਪੂਰਤਾ ਦੇ ਨੁਕਤੇ ਤੋਂ ਬਣਨਾ ਹੈ, ਜਾਂ ਜੀਵਾਂ ਦੇ ਸਮੂਹ ਦੇ ਰੂਪ ਤੋਂ ਬਣਨਾ ਹੈ, ਕਿ ਜਾਂ ਉਹਨੇ ਧਰਤੀ 'ਤੇ ਕਿਸੇ ਪ੍ਰਯੋਜਨ ਦੇ ਨਾਲ ਬਣਨਾ ਹੈ। ਬਿਲਡਿੰਗ ਤਾਂ ਇਹ ਵੀ ਹੈ, ਏਡੀ ਕੁ ਸਾਡੇ ਘਰਾਂ ਦੀ ਹੋਏਗੀ, ਪਰ ਇੱਥੋਂ ਗਿਆਨ ਪ੍ਰਫੁੱਲਤ ਹੁੰਦਾ ਹੈ, ਇੱਥੇ ਜੀਵਾਂ ਦੀ ਅਰਦਾਸ ਵਾਲੀ ਮਿਹਰ ਦੀ ਨਵਾਜ਼ਿਸ਼ ਹੁੰਦੀ ਹੈ, ਇੱਥੇ ਬੰਦੇ ਦੀ ਜਗਿਆਸਾ ਤ੍ਰਿਪਤ ਹੁੰਦੀ ਹੈ। ਇਸ ਜਗ੍ਹਾ 'ਤੇ ਮਨੁੱਖ ਦਾ ਜਿਹੜਾ ਕੀ ਹੈ, ਉਹਦੇ ਸਾਰੇ ਗਿਆਨ ਦੀਆਂ, ਅਧਿਆਤਮਿਕਤਾ ਦੀਆਂ, ਇੱਥੋਂ ਤੱਕ ਕਿ ਉਹਦੇ ਸੰਸਾਰਿਕ ਜੀਵਨ ਦੀਆਂ ਸਮੱਸਿਆਵਾਂ ਵੀ ਬਹੁਤ ਹੱਦ ਤੱਕ ਰਿਜ਼ੋਲਵ ਹੁੰਦੀਆਂ ਨੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਾ ਘਰ ਸਾਧਨਾ ਸੇਵੀ। ਇਸ ਕਰਕੇ ਇਸ ਸਲੋਕ ਨੂੰ ਸਮਝਣ ਦਾ ਭਾਵ ਇਹ ਹੈ ਕਿ ਜੋ ਅਸੀਂ ਧਰਤੀ 'ਤੇ ਘਰ ਉਸਾਰਦੇ ਹਾਂ, ਸਾਡੇ ਕੋਲ ਇਹ ਤਾਂ ਮਨੋਰਥ ਹੁੰਦਾ ਹੈ ਕਿ 2 ਮੰਜ਼ਲੀ 5 ਮੰਜ਼ਲਾ ਹੋਵੇ, ਪਰ ਅਸੀਂ ਉਹਦੇ ਕੋਈ ਇਸ ਤਰ੍ਹਾਂ ਦੇ ਸਟੈਪ ਬਣਾਉਂਦੇ ਹਾਂ ਕਿ ਇਹਦੇ ਵਿੱਚ ਇੱਕ ਸਮਾਂ ਗਿਆਨ ਦੀ ਚਰਚਾ ਦਾ, ਇੱਕ ਸੇਵਾ ਦਾ, ਇੱਕ ਸਤਸੰਗਤ ਦਾ, ਇੱਕ ਪ੍ਰਭੂ ਦੀ ਕੀਰਤੀ ਦੇ ਅਭਿਆਸ ਦਾ ਹੋਏਗਾ। ਇਹ ਕੰਸੈਪਸ਼ਨ ਕਿਹਦੇ ਕੋਲ ਹੁੰਦੀ? ਕਿਸੇ ਕੋਲ ਵੀ ਨਹੀਂ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਾ ਘਰ ਸਾਧ ਨਾ ਸੇਵੀਏ। ਜਿਨ੍ਹਾਂ ਘਰ ਸਾਧ ਪੁਰਖਾਂ ਦੀ ਸੇਵਾ ਨਹੀਂ, ਭਗਤ ਕਬੀਰ ਸਾਹਿਬ ਜੀ ਕਹਿੰਦੇ ਹੁਣ ਸਾਧ ਨਾ ਸੇਵੀਏ। ਇਹਦਾ ਭਾਵ ਇਹ ਹੈ ਕਿ ਭਗਤ ਕਬੀਰ ਸਾਹਿਬ ਜੀ ਸੰਕਟ ਦੱਸ ਰਹੇ ਹਨ ਕਿ ਕਿਸੇ ਮੁਕਤ ਪੁਰਸ਼ ਨੇ ਬੰਦਗੀ ਦਾ ਨਾਮ ਧਨ ਦੇ ਨਾਲ ਕਮਾਈ ਕਰ ਲਈ ਹੈ। ਉਹ ਜਦੋਂ ਫਕੀਰ ਬਣ ਕੇ ਜਾਂ ਇੱਕ ਨਿਰਲੇਪ ਸ਼ਖਸੀਅਤ ਬਣ ਕੇ ਇੰਜ ਦੇ ਮਨੁੱਖਾਂ ਦੇ ਘਰਾਂ ਵਿੱਚ ਆਉਂਦਾ ਹੈ, ਤਾਂ ਇੱਥੇ ਸੇਵਾ ਦਾ ਪ੍ਰਯੋਜਨ ਨਾ ਹੋਣ ਕਰਕੇ ਉਹਦੀ ਜਿਹੜੀ ਬੰਦਗੀ ਦੀ ਕਮਾਈ ਹੈ, ਗਿਆਨ ਦੀ ਕਮਾਈ ਹੈ, ਨਾਮ ਧਨ ਦੀ ਕਮਾਈ ਹੈ, ਇਹ ਲੋਕ ਉਹਦਾ ਸੇਵਾ ਦਾ ਪ੍ਰਯੋਜਨ ਨਾ ਹੋਣ ਕਰਕੇ ਉਹਦਾ ਲਾਭ ਨਹੀਂ ਉਠਾ ਸਕਦੇ ਅਤੇ ਉਹਦੇ ਤੋਂ ਵਿਰਵੇ ਰਹਿ ਜਾਂਦੇ ਹਨ ਅਤੇ ਆਪਣੇ ਇੱਕ ਸੜੇ ਜੀਵਨ ਦੀ ਹੋਂਦ ਨੂੰ ਹੰਢਾਉਂਦੇ ਰਹਿੰਦੇ ਹਨ। ਇਸ ਕਰਕੇ ਭਗਤ ਕਬੀਰ ਸਾਹਿਬ ਨੇ ਕਿਹਾ, ਜਾ ਘਰ ਸਾਧ ਨਾ ਸੇਵੀ ਇਹ। ਇਸ ਕਰਕੇ ਮੈਂ ਕਿਸੇ ਦਫਾ ਨਾ ਕਿਸੇ ਨੇ ਕੁਝ ਲਿਖਿਆ ਸੀ, ਪੜ੍ਹਿਆ ਸੀ ਕਿਸੇ ਦਫਾ, ਕਹਿੰਦੇ ਕਿ ਕੋਈ ਫਕੀਰ ਜ਼ਰੂਰੀ ਨਹੀਂ ਹੈ ਕਿ ਉਹ ਤੁਹਾਡੇ ਦੁਆਰ 'ਤੇ ਮੰਗਣ ਆਇਆ ਹੋਵੇ। ਹੋ ਸਕਦਾ ਤੁਹਾਨੂੰ ਉਹ ਜੀਵਨ ਦੇ ਵੱਡੇ ਭੇਦ, ਜਿਨ੍ਹਾਂ ਵਿੱਚ ਗਿਆਨ ਦੀ, ਜੀਵਨ ਦੀ, ਪਰਮ ਅਰਥ ਦੀ ਅਮੀਰੀ ਪਈ ਹੈ, ਉਹਦਾ ਪ੍ਰਕਾਸ਼ ਦੇਣ ਆਇਆ ਹੋਵੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਾ ਘਰ ਸਾਧ ਨਾ ਸੇਵੀ ਇਹ। ਜਿਸ ਘਰ ਦੇ ਵਿੱਚ ਸਾਧ ਪੁਰਖਾਂ ਦੀ ਸੇਵਾ ਨਹੀਂ ਹੁੰਦੀ। ਹੁਣ ਸਾਧ ਪੁਰਖਾਂ ਦੀ ਸੇਵਾ ਦੇ ਕੁਝ ਨੁਕਤੇ ਨੇ। ਸੇਵਾ ਦੇ ਨੁਕਤੇ ਕੀ ਹੁੰਦੇ ਨੇ? ਸਭ ਤੋਂ ਪਹਿਲਾਂ ਜਿਹੜਾ ਸੇਵਾ ਦਾ ਪ੍ਰਮੁੱਖ ਨੁਕਤਾ ਮੰਨਿਆ ਜਾਂਦਾ ਹੈ,
ਜਿਹੜਾ ਨਿੱਜ ਅਨੁਭਵ ਦੇ ਵਿੱਚੋਂ ਵੀ ਮੈਂ ਸਮਝਿਆ ਉਹ ਇਵੇਂ ਹੈ ਕਿ ਮਨੁੱਖ ਜਿਨਨੇ ਆਪਣੀ ਹਉਂ ਦੀ ਹਸਤੀ ਨੂੰ, ਹਉਂ ਨੂੰ ਮਾਰਨਾ ਹੈ, ਉਹਦਾ ਸੇਵਾ ਦੇ ਕਰਮ ਤੋਂ ਬਿਨਾਂ ਛੁਟਕਾਰਾ ਨਹੀਂ। ਉਹ ਭਾਵੇਂ ਕਿੰਨਾ ਵੀ ਧੀਰਜ ਗਿਆਨੀ ਕਿਉਂ ਨਾ ਹੋਵੇ, ਉਹਦੀ ਜਿਹੜੀ ਅੰਦਰ ਹਉਂ ਦੀ ਬਣਨ ਵਾਲੀ ਸੂਖਮ ਲੇਸ ਪੱਧਰ ਦੀ ਮੈਲ ਹੈ, ਉਹਨੂੰ ਕੇਵਲ ਸੇਵਾ ਦਾ ਕਰਮ ਹੀ ਕੱਟਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਆਖਦੇ ਨੇ, ਜਾ ਕਰ ਸਾਧ ਨਾ ਸੇਵੀ ਇਹ, ਕਿ ਇਹਦਾ ਭਾਵ ਹੈ ਕਿ ਜਿਹੜਾ ਸੇਵਾ ਦਾ ਪ੍ਰਯੋਜਨ ਵਿੱਚ ਨਹੀਂ ਜੁੜ ਰਿਹਾ, ਉਹਦੀ ਹਉਮੈ ਕਿਸੇ ਖਾਸ ਤਰ੍ਹਾਂ ਦੀ ਖੜੋਤ ਵਿੱਚ ਆ ਗਈ ਹੈ। ਜਦੋਂ ਹਉਮੈ ਖਾਸ ਤਰ੍ਹਾਂ ਦੀ ਖੜੋਤ ਵਿੱਚ ਆ ਗਈ, ਇਹ ਸੇਵਾ ਦਾ ਕਰਮ ਕਰੇਗਾ ਹੀ ਨਹੀਂ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਆਖਦੇ ਕਿ ਸਭ ਤੋਂ ਪਹਿਲਾਂ ਸਮੱਸਿਆ ਇਹ ਹੈ, ਨਾ ਸੇਵੀਏ ਦਾ ਮਤਲਬ ਹੈ ਕਿ ਉਹਨਾਂ ਦੀ ਹਉਮੈ ਦੀ ਕੋਈ ਖਾਸ ਕਿਸਮ ਦੀ ਖੜੋਤ ਬਣੀ ਹੈ ਅਤੇ ਉਹ ਸੇਵਾ ਦੇ ਨਾਲ ਟੁੱਟਦੀ ਹੈ ਅਤੇ ਉਹ ਤੋੜਨਾ ਨਹੀਂ ਚਾਹੁੰਦੇ। ਇਸ ਕਰਕੇ ਸਾਧ ਪੁਰਖ ਦੀ ਸੇਵਾ ਦੇ ਵਿੱਚ ਵੀ ਨਹੀਂ ਲੱਗਣਾ ਚਾਹੁੰਦੇ, ਪਹਿਲਾ ਅਰਥ। ਦੂਜਾ ਅਰਥ ਹੈ ਕਿ ਜਦੋਂ ਸਾਧ ਪੁਰਖ ਦੀ ਸੇਵਾ ਦਾ ਭਾਵ ਚਿਤਵੀਏ ਤਾਂ ਉਹਦਾ ਅਰਥ ਹੋ ਸਕਦਾ ਅਧਿਆਤਮਕ ਸੂਝ ਦੇ ਲਈ ਬੰਦਾ ਯਤਨ ਕਰੇ। ਭਾਵ ਕਿ ਅਧਿਆਤਮਕ ਸੂਝ ਦਾ ਭਾਵ ਇਹ ਹੈ ਕਿ ਅਸੀਂ ਗ੍ਰਸਥੀ ਹਾਂ, ਸੰਸਾਰੀ ਹਾਂ, ਅਸੀਂ ਆਪਣੇ ਜੀਵਨ ਨੂੰ ਵਿਸ਼ੇਸ਼ ਟਾਈਮ ਸਾਧਨਾ ਲਗਾ ਕੇ ਬੰਦਗੀ ਦੇ ਧਨ ਜੀਵਨ ਦੇ ਪਰਮ ਭੇਦਾਂ ਨੂੰ ਨਹੀਂ ਜਾਣ ਸਕੇ ਗਿਆਨ ਦੀ ਵਿਚਾਰ ਦੇ ਨਾਲ। ਅਤੇ ਜਦੋਂ ਕੋਈ ਸਾਧ ਪੁਰਖ ਸ਼ਖਸੀਅਤ ਸਾਡੇ ਘਰ ਆਵੇ, ਉਹਦੀ ਸੇਵਾ ਦਾ ਇੱਕ ਪ੍ਰਯੋਜਨ ਇਹ ਵੀ ਹੋ ਸਕਦਾ ਹੈ ਕਿ ਅਸੀਂ ਉਹਦੇ ਕੋਲੋਂ ਗਹਿਰੀ ਅਧਿਆਤਮਕ ਸੂਝ ਲੈਣੀ ਹੁੰਦੀ ਹੈ। ਥੋੜ੍ਹੇ ਸਮੇਂ ਦੇ ਵਿੱਚ ਜ਼ਿਆਦਾ ਲਾਭ ਉਠਾਉਣਾ ਹੁੰਦਾ ਅਤੇ ਇਹਦੇ ਲਈ ਇੱਕੋ ਹੀ ਕਰਮ ਮਦਦਗਾਰ ਹੈ, ਉਹ ਹੈ ਸੇਵਾ। ਇਸ ਕਰਕੇ ਹੁਣ ਤਾਂ ਚਲੋ ਬਹੁਤ ਸ਼ਹਿਰਾਂ ਦਾ ਤਾਂ ਮੈਨੂੰ ਜ਼ਿਆਦਾ ਨਹੀਂ, ਮੈਂ ਆਪਣੇ ਜਿਵੇਂ ਦੇ ਮਾਹੌਲ 'ਚ ਪਲਿਆ ਹੋਇਆ, ਸਾਡੇ ਅੱਜ ਵੀ ਇਸ ਤਰ੍ਹਾਂ ਦੇ ਅਭਿਆਸ ਚੱਲਦੇ ਹਨ ਕਿ ਕੋਈ ਕਿਸੇ ਮੁਕਤ ਪੁਰਸ਼ ਦਾ, ਕਿਸੇ ਬੰਦਗੀ ਰੱਤੀ ਰੂਹ ਦਾ ਪਤਾ ਲੱਗ ਜਾਏ ਅਤੇ ਲੋਕਾਂ ਅੰਦਰ ਉਮਾਹ ਪੈਦਾ ਹੁੰਦਾ ਹੈ। ਉਹ ਖਾਸ ਬੇਨਤੀ ਕਰਦੇ, ਨਵਾਜ਼ਿਸ਼ ਕਰਦੇ ਨੇ, ਜੀ ਥੋੜ੍ਹਾ ਸਮਾਂ 5-10 ਮਿੰਟ ਜਿੱਤਣਾ ਵੀ ਹੈ। ਉਹਦਾ ਭਾਵ ਕੀ ਹੁੰਦਾ ਸੀ? ਉਹਦਾ ਭਾਵ ਹੁੰਦਾ ਸੀ ਕਿ ਇਹਦੇ ਕੋਲੋਂ, ਉਹਦੇ ਹਰ ਕਿਸੇ ਦੇ ਆਪੋ ਆਪਣੇ ਪ੍ਰਯੋਜਨ ਨੇ, ਕਿ ਇਹਦੇ ਕੋਲੋਂ ਅਧਿਆਤਮ ਦੀ ਗਹਿਰੀ ਸੂਝ ਹੋਏਗੀ ਅਤੇ ਨਾਲ ਦੂਜਾ ਇਹ ਇਕੱਲੀ ਸੂਝ ਨਹੀਂ ਹੋਏਗੀ, ਇਹਦੀ ਬੰਦਗੀ ਹੈ ਅਤੇ ਇਹਦੀ ਬੰਦਗੀ ਦੇ ਵਿੱਚੋਂ ਜਦੋਂ ਇਹਦਾ ਗਿਆਨ ਅਤੇ ਬੰਦਗੀ ਇਕੱਠੇ ਰਲ ਕੇ ਆਉਣਗੇ ਅਤੇ ਇਹਦੇ ਇੱਕ ਇੱਕ ਬਚਨ ਨੇ ਸਾਡਾ ਜੀਵਨ ਪਲਟ ਦੇਣਾ ਹੈ। ਇਸ ਕਰਕੇ ਇਸ ਭਾਵ ਦੇ ਵਿੱਚ ਵੀ ਸੇਵਾ ਦਾ ਕਰਮ ਅਪਣਾਇਆ ਜਾਂਦਾ ਹੈ। ਦੂਜਾ ਅਰਥ। ਤੀਜਾ ਅਰਥ ਹੈ ਕਿ ਸਾਡੇ ਜਦੋਂ ਘਰ ਵੀਕ ਹੁੰਦੇ ਨੇ, ਉਦਾਹਰਨ ਦੇ ਤੌਰ 'ਤੇ ਅੱਜ ਅਸੀਂ ਸਿੱਖ ਸਮਾਜ ਦੀ ਗੱਲ ਕਰ ਲਈਏ ਨਾ, ਤਾਂ ਮੁਸ਼ਕਿਲ ਦੇ ਨਾਲ 50%, ਪਤਾ ਨਹੀਂ ਹੁਣ ਮੇਰਾ ਹੋ ਸਕਦਾ ਵਿਸ਼ਲੇਸ਼ਣ ਸਹੀ ਨਾ ਹੋਵੇ, ਪਰ ਮੁਸ਼ਕਿਲ ਦੇ ਨਾਲ 50% ਘਰ ਨੇ ਜਿਨ੍ਹਾਂ ਵਿੱਚ ਜਪਜੀ ਦੀ ਸੱਦ ਸੁਣਾਈ ਦਿੰਦੀ ਹੈ। 50% ਰਹਿ ਗਏ ਨੇ, ਅੱਧੀ ਕੁ ਬੰਦਗੀ ਰਹਿ ਗਈ ਹੈ ਸਾਡੀ। ਜਿਸ ਘਰ ਦੇ ਵਿੱਚ ਜਪਜੀ ਦੀ ਸੱਦ ਹੀ ਸੁਣਾਈ ਨਹੀਂ ਦੇ ਰਹੀ, ਉਸ ਘਰ ਦੇ ਬਿਲਡਿੰਗ ਵਾਲੇ ਅਰਥ, ਇੱਟ ਮਕਾਨ ਵਾਲੇ ਅਰਥ ਤਾਂ ਠੀਕ ਹੋ ਸਕਦੇ ਨੇ, ਪਰ ਉਹ ਧਰਤੀ ਤੇ ਘਰ, ਧਰਤੀ ਦੀ ਸੇਵਾ ਨਹੀਂ ਕਰ ਰਿਹਾ, ਉਹ ਬੋਝ ਬਣ ਕੇ ਰਹਿ ਰਿਹਾ। ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ, ਵਿਸਰਿਆ ਜਿਨ ਨਾਮ ਤੇ ਪਏ ਭਾਰਤੀ। ਇੱਕ ਬਿਲਡਿੰਗ ਹੈ ਸਕੂਲ ਦੀ, ਹਜ਼ਾਰਾਂ ਨੂੰ ਵਿੱਦਿਆ ਦੇ ਧਨ ਨਾਲ ਸੰਵਾਰਦੀ ਹੈ। ਇੱਕ ਬਿਲਡਿੰਗ ਗੁਰਦੁਆਰੇ ਦੀ, ਹਜ਼ਾਰਾਂ ਦੀ ਅਧਿਆਤਮਿਕ ਗਿਆਨਾਤਮਕ ਜਗਿਆਸਾ ਸਭ ਤਰ੍ਹਾਂ ਨੂੰ ਤ੍ਰਿਪਤ ਕਰਦੀ ਹੈ। ਇੱਕ ਮਨੁੱਖ ਦਾ ਕਰੋੜ ਰੁਪਏ ਦਾ ਉਸਾਰਿਆ ਹੋਇਆ ਘਰ ਆਪਣੇ ਗਵਾਂਢੀ ਨੂੰ ਵੀ ਨਹੀਂ ਫੀਡ ਕਰਦਾ, ਇਹਦੇ ਕੀ ਅਰਥ ਕੱਢਾਂਗੇ? ਵਿਸਰਿਆ ਜਿਨ ਨਾਮ ਤੇ ਪੋਏ ਭਾਰਤੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਾਂ ਘਰ ਸਾਧ ਨਾ ਸੇਵੀਏ। ਤੀਜਾ ਪ੍ਰਯੋਜਨ ਉਹ ਹੋ ਸਕਦਾ ਹੈ ਕਿ ਆਪ ਅਸੀਂ ਬੰਦਗੀ ਦੀ ਕਮਾਈ ਨਹੀਂ ਕਰ ਸਕੇ, ਸਾਡੇ ਜੀਵਨ 'ਚ ਉਨੀ ਪਵਿੱਤਰਤਾ, ਉਨੀ ਮਾਲਕ ਦੀ ਮਿਹਰ ਨਹੀਂ ਹੈ, ਤਾਂ ਫਿਰ ਕੀ ਕੀਤਾ ਜਾਵੇ ਕਿ ਥੋੜ੍ਹਾ ਅਸੀਂ ਉਹਦੇ ਨੇੜੇ ਹੋ ਸਕੀਏ। ਫਿਰ ਜਿਹੜਾ ਪੂਰੀ ਮਿਹਰ ਦਾ ਪਾਤਰ ਹੈ, ਉਹਦੀ ਜਿਹੜੀ ਸ਼ੋਅ ਹੈ, ਉਹ ਸਾਡੇ ਘਰ ਦੀ ਜ਼ਮੀਨ ਨੂੰ, ਸਾਡੇ ਘਰ ਦੀ ਸਰਦਲ ਨੂੰ, ਸਾਡੇ ਘਰ ਦੀਆਂ ਚੀਜ਼ਾਂ ਨੂੰ ਲੱਗੇ ਅਤੇ ਸਾਡੇ ਘਰ ਦੀ ਜਿਹੜੀ ਅਧਿਆਤਮਕਤਾ ਹੈ, ਉਹਦਾ ਕੋਈ ਮਾਹੌਲ ਬਣਨਾ ਸ਼ੁਰੂ ਹੋਏ। ਇਹ ਤੀਜਾ ਪ੍ਰਯੋਜਨ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਾ ਘਰ ਸਾਧ ਨਾ ਸੇਵੀਏ। ਹੁਣ ਚੌਥਾ ਅਰਥ ਇਹ ਹੋ ਗਿਆ, 3 ਅਰਥ। ਚੌਥਾ ਅਰਥ ਦਾ ਇਹ ਬਣਦਾ ਹੈ ਕਿ ਸਾਧ ਸੇਵਾ ਦੇ ਅਰਥ ਦੇ ਲਈ ਮਨੁੱਖ ਆਪਣੇ ਮੁਕਤ ਸਰੂਪ ਦਾ ਅਨੁਭਵ ਕਰਨਾ ਚਾਹੁੰਦਾ ਹੈ। ਸ਼ਾਇਦ ਆਪ ਜੀ ਨੂੰ ਯਾਦ ਹੋਵੇ, ਗੁਰੂ ਨਾਨਕ ਸਾਹਿਬ ਜੀ ਨੂੰ ਅੰਤਮ ਸਮੇਂ ਰਾਏ ਬੁਲਾਰ ਨੇ ਵਿਸ਼ੇਸ਼ ਬੇਨਤੀ ਕਰਕੇ ਮੰਗਵਾਇਆ ਸੀ। ਭਾਈ ਮਰਦਾਨਾ ਜੀ ਨੂੰ ਉਹਨਾਂ ਨੇ ਕਿਹਾ ਕਿ ਜੀ ਤੁਸੀਂ ਵੱਡੇ ਹੋ, ਤੁਹਾਡੀ ਬਹੁਤ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਤੁਹਾਡੀ ਇੱਕ ਮਿਕਤਾ ਹੈ, ਕੋਈ ਭਿੰਨ ਭੇਦ ਨਹੀਂ ਹੈ ਤੁਹਾਡੇ ਵਿੱਚ। ਮੈਂ ਬੜੀ ਦੂਰੀ 'ਤੇ ਹਾਂ, ਕਿਉਂਕਿ ਇੱਕ ਸਮਾਂ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਘਰ ਭੇਜ ਦਿੱਤਾ ਸੀ ਉਹਨਾਂ ਦੀ ਬੇਨਤੀ 'ਤੇ ਕਿ ਮੈਂ ਕੁਝ ਸਮਾਂ ਪਰਿਵਾਰ ਨੂੰ ਮਿਲ ਕੇ ਆਉਣਾ। ਰਾਏ ਬੁਲਾਰ ਜੀ ਨੇ ਬੇਨਤੀ ਕੀਤੀ,
ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਜ਼ੋਰ ਪਾ ਕੇ ਤਲਵੰਡੀ ਵਾਪਸ ਲੈ ਕੇ ਆਏ। ਰਾਏ ਬੁਲਾਰ ਜੀ ਦਾ ਸਾਰੀ ਜ਼ਿੰਦਗੀ 'ਚ ਮਾਇਆ ਦਾ ਭਰਮ, ਅਗਿਆਨ ਦਾ ਭਰਮ, ਅਵਿਦਿਆ ਦਾ ਭਰਮ ਨਹੀਂ ਸੀ ਕੱਟਿਆ ਗਿਆ। ਅੰਤਮ ਸਮੇਂ ਥੋੜ੍ਹੇ ਸਮੇਂ ਦੀ ਉਹਦੀ ਆਜੂ ਰਹਿ ਗਈ ਸੀ ਬਾਕੀ। ਉਹਨੇ ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਜੋ ਕੀਤੀ ਉਹ ਗੌਰ ਕਰਨ ਯੋਗ ਆ। ਕਹਿਣ ਲੱਗਾ, ਸਤਿਗੁਰੂ ਜੀ, ਮੈਂ ਤੁਹਾਡੇ ਚਰਨਾਂ ਦੀ ਸੇਵ, ਪ੍ਰੀਤ, ਭਾਵਨਾ ਸਭ ਕੁਝ ਕਮਾ ਕੇ ਸਫਲ ਹੋ ਗਿਆ ਹਾਂ, ਪਰ ਮੇਰੇ ਕੁਝ ਖਾਸ ਕਿਸਮ ਦੇ ਬੰਧਨ ਅਜੇ ਬਣੇ ਪਏ ਨੇ। ਦੇਹ ਦਾ ਬੰਧਨ ਨਹੀਂ ਛੁੱਟ ਰਿਹਾ, ਪ੍ਰਭਤਾ ਦਾ ਬੰਧਨ ਨਹੀਂ ਛੁੱਟ ਰਿਹਾ, ਧਨ ਦਾ ਆਕਰਸ਼ਣ ਨਹੀਂ ਛੁੱਟ ਰਿਹਾ, ਬੜਾ ਕੁਝ ਅਜੇ ਅੰਦਰ ਬਣਿਆ ਪਿਆ ਹੈ। ਪਰ ਮੈਨੂੰ ਨਾਲ ਇਹ ਵੀ ਸਮਝ ਆਉਂਦੀ ਹੈ ਕਿ ਮੇਰੇ ਜੀਵਨ ਦਾ ਹੁਣ ਬਾਕੀ ਸਮਾਂ ਬਹੁਤ ਥੋੜ੍ਹਾ ਰਹਿ ਗਿਆ। ਕਿਤੇ ਇਹ ਨਾ ਹੋਵੇ ਕਿ ਇਹਨਾਂ ਬੰਧਨਾਂ ਦੇ ਸਹਿਤ ਮੇਰਾ ਜੀਵਨ ਖਤਮ ਹੋ ਜਾਏ ਅਤੇ ਮੈਂ ਜੀਵਨ ਦੇ ਸਫਲਤਾ ਨੂੰ ਪ੍ਰਾਪਤ ਨਾ ਹੋ ਸਕਾਂ। ਇਸ ਕਰਕੇ ਹੁਣ ਮੇਰੇ ਕੋਲੋਂ ਕੋਈ ਯਤਨ ਨਹੀਂ, ਮੇਰੇ ਕੋਲ ਕੋਈ ਸਮਰੱਥਾ ਨਹੀਂ, ਮੇਰੇ ਕੋਲੋਂ ਕੋਈ ਤਾਣ ਨਹੀਂ। ਹੁਣ ਕੇਵਲ ਮਿਹਰ ਦੇ ਉੱਪਰ ਹੀ ਨਿਰਭਰ ਹੈ ਕਿ ਤੁਸੀਂ ਇੱਕ ਖਿਣ ਮਾਤਰ ਦੇ ਵਿੱਚ ਮੇਰਾ ਕਲਿਆਣ ਕਰ ਦਿਓ। ਗੁਰੂ ਨਾਨਕ ਸਾਹਿਬ ਜੀ ਨੇ ਦੇਖੋ ਵਾਚਿਆ। ਹੁਣ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਠੀਕ ਹੈ, ਤੇਰੀ ਸੇਵ, ਤੇਰੀ ਭਾਵਨਾ, ਤੇਰੀ ਪ੍ਰੀਤ ਮਾਲਕ ਦੇ ਦਰ ਥਾਏ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਕਹਿੰਦੇ ਜ਼ਿਕਰ ਆਉਂਦਾ ਹੈ ਕਿ ਉਹਨਾਂ ਦੇ ਸਿਰ ਉੱਪਰ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਉਹਨਾਂ ਦੇ ਕੋਲੋਂ ਕੁਝ ਗਿਆਨ ਦੇ ਪ੍ਰਸ਼ਨ ਪੁੱਛੇ ਅਤੇ ਉਹਨਾਂ ਦੇ ਜਿਹੜੇ ਭਰਮ ਉਹ ਨਿਵਰਤ ਕਰਕੇ ਫਿਰ ਕਹਿੰਦੇ ਰਾਏ ਬੁਲਾਰ ਨੂੰ ਇੱਕ ਅਥਾਹ ਪ੍ਰਕਾਸ਼ ਆਪਣੇ ਅੰਦਰ ਅਨੁਭਵ ਹੋਇਆ, ਬੜੀ ਵੱਡੀ ਰੌਸ਼ਨੀ ਮਹਿਸੂਸ ਹੋਈ। ਅਤੇ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ, ਕੀ ਮਹਿਸੂਸ ਹੁੰਦਾ ਹੈ? ਕਹਿਣ ਲੱਗੇ, ਉਹ ਕਹਿੰਦਾ ਕਿ ਜੀ ਮੈਨੂੰ ਇਉਂ ਲੱਗਦਾ ਹੈ ਕਿ ਮੈਂ ਸਭ ਤਰੀਕਿਆਂ ਦੇ ਨਾਲ ਜੋਤ ਸਰੂਪ ਦੇ ਵਿੱਚ ਅਭੇਦ ਹੋ ਗਿਆ ਹਾਂ। ਹੁਣ ਮੇਰਾ ਕੋਈ ਬਾਕੀ ਨਹੀਂ, ਭਾਵ ਤੁਹਾਡੇ ਵਿੱਚ ਹੀ ਸਮਾ ਗਿਆ ਹਾਂ। ਇਸ ਕਰਕੇ ਸਾਧ ਪੁਰਖਾਂ ਦੇ ਆਉਣ ਦਾ ਇਹ ਵੱਡਾ ਪ੍ਰਯੋਜਨ ਵੀ ਕਈ ਵਾਰੀ ਹੁੰਦਾ ਹੈ, ਪਰ ਇੰਨੇ ਵੱਡੇ ਪ੍ਰਯੋਜਨਾਂ ਦੇ ਨਾਲ ਅਸੀਂ ਕਿੱਥੇ ਜਿਉਂਦੇ ਹਾਂ? ਅਸੀਂ ਤਾਂ ਕਿਸੇ ਪ੍ਰਯੋਜਨ ਲਈ ਵੀ ਨਹੀਂ ਜਿਉਂਦੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਾ ਘਰ ਸਾਧ ਨਾ ਸੇਵੀਐ। ਜਿਨ੍ਹਾਂ ਘਰਾਂ ਦੇ ਵਿੱਚ ਸਾਧ ਸੇਵਾ ਦਾ ਇੱਕ ਵੀ ਪ੍ਰਯੋਜਨ ਨਹੀਂ, ਮੈਂ 4 ਆਪਦੇ ਸਨਮੁਖ ਰੱਖੇ ਨੇ, ਇਹਨਾਂ ਘਰ ਇੱਕ ਵੀ ਪ੍ਰਯੋਜਨ ਨਹੀਂ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਇਹੋ ਜਿਹੀ ਜਿਹੜੇ ਘਰਾਂ ਦਾ ਅਭਿਆਸ ਹੈ, ਹਰ ਕੀ ਸੇਵਾ ਨਾ। ਇਹ ਪਹਿਲਾ ਨੁਕਤਾ ਹੋ ਗਿਆ ਕਿ ਜਾਂ ਘਰ ਸਾਧ ਨਾ ਸੇਵੀਏ। ਇਸ ਕਰਕੇ ਜਾਂ ਘਰ ਦੇ ਵਿੱਚ ਇੱਕ ਹੋਰ ਵੀ ਨੁਕਤਾ ਹੈ। ਜਾ ਘਰ ਦਾ ਭਾਵ ਹੈ ਕਿ ਬੰਦਿਆਂ ਨੂੰ ਪਤਾ ਹੀ ਨਹੀਂ ਘਰ ਧਰਤੀ 'ਤੇ ਉਸਾਰਨਾ ਕਿਵੇਂ ਹੈ। ਮੈਂ ਅੱਜ ਕਿਸੇ ਦੇਖੋ ਸਿੱਖ ਦੇ ਘਰ 'ਚ ਕਈ ਵਾਰੀ ਬਾਣੀ ਦੀ ਪੋਥੀ ਨਹੀਂ ਹੁੰਦੀ, ਸਿੱਖ ਦੇ ਘਰ ਵਿੱਚ ਸਾਜ਼ ਨਹੀਂ ਹੈਗਾ, ਸਿੱਖ ਦੇ ਘਰ ਵਿੱਚ ਕੁਝ ਇਸ ਤਰ੍ਹਾਂ ਦਾ ਅਭਿਆਸ ਨਹੀਂ ਹੈਗਾ ਕਿ ਜਿੱਥੇ ਸ਼ਬਦ ਦੀ ਕੀਰਤੀ ਗਾਇਨ ਹੁੰਦੀ ਹੋਵੇ। ਸਾਡਾ ਤਾਂ ਜੀਵਨ ਬਾਣੀ ਦੇ ਸੰਗੀਤ ਨਾਲ ਗੁਰੂ ਨਾਨਕ ਸਾਹਿਬ ਨੇ ਭਰ ਦਿੱਤਾ, ਪਰ ਸਾਡੇ ਘਰ ਦੇ ਵਿੱਚ ਅੱਜ ਸਾਜ਼ ਰੱਖਣਾ ਵੀ ਗੁਨਾਹ ਮੰਨਿਆ ਜਾਂਦਾ। ਮੇਰੇ ਇੱਕ ਨਿਕਟਵਰਤੀ ਨੂੰ ਨਾ ਬੜੇ ਚਾਅ ਨਾਲ ਵਜਾਉਣੇ, ਭਾਵੇਂ ਨਹੀਂ ਆਉਂਦੇ, ਬੜੇ ਚਾਅ ਨਾਲ ਰੱਖੇ, ਕਦੇ ਕਦੇ ਉਹਦੀ ਤਾਰ ਛੇੜਦੇ ਨੇ। ਮਤਲਬ ਸਾਡਾ ਘਰ ਇਹਨਾਂ ਅਰਥਾਂ 'ਚ ਬਣੇਗਾ ਕਿ ਉੱਥੇ ਪਦਾਰਥਾਂ ਦੀ ਭਰਪੂਰਤਾ ਹੋਵੇ। ਇਹ ਤਾਂ ਵੈਸਟ ਦਾ ਮਾਡਲ ਹੈ ਕਿ ਘਰ ਇੰਝ ਹੋਣਾ ਚਾਹੀਦਾ। ਜਿਹੜਾ ਸਾਡਾ ਮਾਡਲ ਹੈ ਇੱਥੋਂ ਦਾ, ਉੱਥੇ ਹੈ ਕਿ ਸਾਡਾ ਘਰ ਧਰਤੀ ਦੀ ਸੇਵਾ ਵਿੱਚ ਲੱਗੇ। ਇਸ ਕਰਕੇ ਜੇ ਸਾਡਾ ਘਰ ਧਰਤੀ ਦੀ ਸੇਵਾ 'ਚ ਨਹੀਂ ਲੱਗਦਾ, ਉਹ ਫਿਰ ਆਪਣੇ ਜੀਵਨ ਨੂੰ ਵੀ ਪੂਰਾ ਨਹੀਂ ਕਰਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਾ ਘਰ ਸਾਧ ਨਾ ਸੇਵੀ। 2 ਨੁਕਤੇ ਆਪਦੇ ਸਨਮੁਖ ਰੱਖਣੇ, ਇਹਦੇ ਤਹਿਤ ਵਾਚ ਲੈਣਾ ਇਸ ਗੱਲ ਨੂੰ ਕਿ ਇੱਕ ਬਿਲਡਿੰਗ ਇਹ ਹੈ, ਇੱਕ ਸਕੂਲ ਦੀ ਹੈ, 2 ਬਿਲਡਿੰਗਾਂ ਨੇ, ਪਰ ਇਹਨਾਂ ਤੋਂ ਕੀ ਬਣਦਾ? ਅਤੇ ਇੱਕ ਸਾਡੀ ਬਿਲਡਿੰਗ ਜਿਹੜੀ ਹੋ ਸਕਦਾ ਇਹਨਾਂ ਨਾਲੋਂ ਕਿਤੇ ਜ਼ਿਆਦਾ ਅਮੀਰ ਹੋਵੇ, ਜ਼ਿਆਦਾ ਜਿਹੜੀ ਹੈ ਉਹਦੇ ਵਿੱਚ ਮਟੀਰੀਅਲ ਅਪਰੋਚ ਵੱਡੀ ਹੋਵੇ, ਪਰ ਉਹ ਧਰਤੀ ਦੇ ਕਿਹੜੇ ਅਰਥ ਨੂੰ ਫੀਡ ਕਰ ਰਹੀ, ਇਸ ਗੱਲ ਨੂੰ ਵਾਚ ਲੈਣਾ। ਜੇ ਵਾਚੋਗੇ ਤਾਂ ਸਮਝ ਲੱਗ ਜਾਏਗਾ ਕਿ ਭੋਏ ਭਾਰਤੀਏ ਕਿੰਨੇ ਕੁ ਅਰਥਾਂ ਦੇ ਵਿੱਚ ਹਾਂ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਾ ਘਰ ਸਾਧ ਨਾ ਸੇਵੀਐ, ਹਰ ਕੀ ਸੇਵਾ ਨਾਹੇ। ਹੁਣ ਹਰੀ ਕੀ ਸੇਵਾ ਦਾ ਭਾਵ, ਹਰੀ ਕੀ ਸੇਵਾ ਕੀ ਹੁੰਦੀ ਹੈ ਕਿ ਮਨੁੱਖ ਯਤਨ ਕਰੇ ਸਮਝਣ ਦੇ ਲਈ। ਹਰੀ ਕੀ ਸੇਵਾ ਦਾ ਭਾਵ ਹੈ ਜਿੱਥੇ ਸ਼ਬਦ ਦਾ ਜਪ ਅਭਿਆਸ ਨਹੀਂ ਹੈ। ਬਹੁਤ ਇਸ ਕਰਕੇ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਇੱਕ ਬੜੀ ਕਮਾਲ ਦੀ ਗੱਲ ਕਹੀ ਹੈ ਕਿ ਜਿਵੇਂ ਜਿਵੇਂ ਜੋ ਸਿੱਖਾਂ ਦੇ ਘਰਾਂ ਵਿੱਚੋਂ ਜਪਜੀ ਦੀ ਸੁਣਾਈ, ਸੱਦ ਸੁਣਾਈ ਦੇਣੀ ਘਟਣ ਲੱਗ ਪਈ, ਉਦੋਂ ਸਿੱਖ ਗੁਰੂ ਕੀ ਮਿਹਰ ਤੋਂ ਪੂਰੇ ਵਾਂਝੇ ਹੋ ਜਾਣਗੇ। ਇਹਨਾਂ ਦਾ ਮੁਕਤੀ ਦਾ, ਇਹਨਾਂ ਦੀ ਮਿਹਰ ਦਾ ਕੋਈ ਰੂਪ ਸੰਭਵ ਨਹੀਂ ਹੋਏਗਾ। ਇੱਕ ਦਫਾ ਮੇਰਾ ਜਾਣਕਾਰ ਹੈ, ਉਹਦਾ ਰੋਗਾਂ ਤੋਂ ਕਿਸੇ ਤਰ੍ਹਾਂ ਖਲਾਸੀ ਨਾ ਹੋਵੇ, ਪੜ੍ਹਿਆ ਲਿਖਿਆ ਖਾਨਦਾਨ ਸੀ, ਯਕੀਨਨ ਉਹਨਾਂ ਦੇ ਵਿੱਚ 6 ਬੰਦੇ ਡਾਕਟਰੇਟ ਸਨ। ਕਹਿਣ ਲੱਗਾ, ਜੀ ਅਸੀਂ ਗੁਰੂ ਘਰ ਇੰਨਾ ਜਾਂਦੇ ਹਾਂ, ਸੇਵਾ ਵੀ ਕਰਦੇ ਹਾਂ, ਪਰ ਸਾਡਾ ਰੋਗਾਂ ਤੋਂ ਖਲਾਸੀ ਨਹੀਂ ਹੁੰਦੀ।
ਮੈਂ ਕਿਹਾ ਜੀ ਇੱਕ ਪ੍ਰਸ਼ਨ ਦਾ ਜਵਾਬ ਦੇ ਦਿਓ, ਜੇ ਉਹ ਹੋਇਆ ਠੀਕ ਫਿਰ ਅਗਲੀ ਗੱਲ ਕਰ ਲਿਆਂਗੇ, ਨਹੀਂ ਤਾਂ ਤੁਸੀਂ ਆਪਣੇ ਰਾਹ ਮੈਂ ਆਪਣੇ ਰਾਹ। ਮੈਂ ਕਿਹਾ ਜੀ ਜਪਜੀ ਸਾਹਿਬ ਘਰ ਦੇ ਵਿੱਚ ਬੈਠ ਕੇ ਪੜ੍ਹੇ ਨੂੰ ਕਿੰਨਾ ਕੁ ਚਿਰ ਹੋ ਗਿਆ? ਕਹਿੰਦਾ ਸ਼ਾਇਦ ਫਾਦਰ ਸਾਹਿਬ ਪੜ੍ਹਦੇ ਰਹੇ ਹੁਣ, ਸਾਨੂੰ ਤਾਂ ਬਹੁਤਾ ਖਿਆਲ ਨਹੀਂ। ਮੈਂ ਕਿਹਾ ਫਿਰ ਠੀਕ ਹੈ, ਫਾਦਰ ਸਾਹਿਬ ਦੇ ਨਾਲ ਮਿਹਰ ਰਹੀ, ਫਾਦਰ ਸਾਹਿਬ ਚਲੇ ਗਏ, ਮਿਹਰ ਵੀ ਜਾਂਦੀ ਰਹੀ। ਇੰਨੇ ਜ਼ਿਆਦਾ ਵੀਕ ਨੇ ਅੱਜ ਸਾਡੇ ਘਰ, ਕਦੇ ਵਾਚ ਲੈਣਾ। ਮੈਂ ਕੋਈ ਗੱਲ ਜਦ ਕਹਿੰਦਾ ਉਹਦੇ ਅੰਦਰ ਇੱਕ ਬੰਦਾ ਦਰਦ 'ਚ ਵੀ ਹੁੰਦਾ ਹੈ, ਉਹ ਐਡੀ ਸੌਖੀ ਨਹੀਂ ਹੁੰਦੀ ਗੱਲ ਜੋ ਕਹਿ ਰਿਹਾ ਹੁੰਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਾ ਘਰ ਸਾਧ ਨਾ ਸੇਵੀ ਇਹ, ਜਿੱਥੇ ਸਾਡੇ ਗੁਰੂ ਬਾਬੇ ਦੀ ਜਿਹੜਾ ਮਾਲਕ ਦੇ ਘਰੋਂ ਵੱਡਾ ਪੈਗਾਮ ਲੈ ਕੇ ਆਏ ਗੁਰੂ ਨਾਨਕ ਸਾਹਿਬ, ਜੇ ਉਹਦਾ ਇੱਕ ਪਾਠ ਹੀ ਨਹੀਂ ਬਚਿਆ ਤਾਂ ਫਿਰ ਆਪਣੇ ਘਰ ਨੂੰ ਘਰ ਅਰਥ ਦੇ ਕਿਉਂ ਕਹਿਣ ਦੇਣਾ? ਉਹਨੂੰ ਕਹਿ ਦਿਓ ਕਿ ਉਂਝ ਜੀ ਅਸੀਂ ਪਿੱਲਰਾਂ 'ਤੇ ਥੋੜ੍ਹੀ ਛੱਤ ਪਾਈ ਹੋਈ ਹੈ, ਬਹੁਤਾ ਵੱਡਾ ਕਿਉਂ ਕਹਿਣਾ? ਇਸੇ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਰ ਕੀ ਸੇਵਾ ਨੇ, ਹਰ ਕੀ ਸੇਵਾ ਦਾ ਭਾਵ ਜਿੱਥੇ ਸ਼ਬਦ ਦਾ ਜਪ ਅਭਿਆਸ ਨਹੀਂ ਹੈ। ਅਤੇ ਇਕੱਲੀ ਸਿੱਖ ਮਤ ਦੀ ਗੱਲ ਨਹੀਂ ਇੱਥੇ ਜਿਹੜਾ ਵੀ ਜਿਸ ਸਿਸ਼ਟ ਨਾਲ ਜੁੜਿਆ ਉਵੇਂ ਦੀ ਸਾਧਨਾ ਕਰੇ। ਜੇ ਮੁਸਲਮਾਨ ਹੈ ਅਤੇ ਉਹਦੇ ਘਰ ਦੇ ਵਿੱਚ ਜੇ ਨਮਾਜ਼ ਦਾ ਅਭਿਆਸ ਨਹੀਂ, ਜੇ ਸਨਾਤਨ ਮਤ ਵਾਲਾ ਅਤੇ ਉਹਦੀ ਜਿਹੜੀ ਗਿਆਨ ਪੂਜਾ ਕਰਮ ਕਾਂਡ ਦਾ ਜਾਂ ਨਿਰਗੁਣ ਭਗਤੀ ਦਾ ਅਭਿਆਸ ਨਹੀਂ ਹੈ, ਤਾਂ ਭਗਤ ਕਬੀਰ ਜੇ ਇੱਕ ਈਸਾਈ ਉਹਦੇ ਘਰ ਆਪਣੀ ਚਰਚ ਦਾ ਆਪਣੀ ਪ੍ਰੇਅਰ ਦਾ ਨਹੀਂ ਕਰਮ ਹੈਗਾ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਕਰਕੇ ਜੇ ਸ਼ਬਦ ਦਾ ਜਪ ਅਭਿਆਸ ਨਹੀਂ ਹੈ, ਇੱਕ ਹਰੀ ਕੀ ਸੇਵਾ ਦਾ ਪਹਿਲਾ ਅਰਥ, ਦੂਜਾ ਉੱਥੇ ਗਿਆਨ ਦੀ ਦੀਰਘ ਵਿਚਾਰ ਨਹੀਂ ਹੈ, ਤੀਜਾ ਉੱਥੇ ਕਦੀ ਇਸ ਤਰ੍ਹਾਂ ਦਾ ਮਾਹੌਲ ਨਹੀਂ ਜੁੜਿਆ ਕਿ ਜੀਵਾਂ ਦੇ ਅੰਦਰ ਸਿਫਤ ਸਲਾਹ ਦਾ ਜਾਂ ਅਧਿਆਤਮਕ ਅਰਥਾਂ ਵਾਲਾ ਚਾਹ ਪੈਦਾ ਹੋਵੇ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜੇ ਘਰ ਇਸ ਅਰਥ ਨੂੰ ਪੂਰਾ ਨਹੀਂ ਕਰ ਰਹੇ ਤੇ ਘਰ ਮਰਹਟ ਸਾਰਖੇ ਭੂਤ ਵਸੇ ਤਿਨ ਮਾਹੇ, ਅਤੇ ਉਹ ਘਰ ਜਿਹੜੇ ਮਸਾਣਾ ਵਰਗੇ ਹਨ, ਕਿਉਂਕਿ ਉਹ ਧਰਤੀ ਨੂੰ ਪਾਲ ਹੀ ਨਹੀਂ ਰਹੇ, ਉਹ ਤਾਂ ਧਰਤੀ 'ਤੇ ਬੋਝ ਬਣ ਰਹੇ ਨੇ। ਕਿਵੇਂ ਬੋਝ ਬਣ ਰਹੇ ਨੇ ਇਸ ਗੱਲ ਦਾ ਵੀ ਮੈਂ ਖੁਲਾਸਾ ਕਰ ਦਿਆਂ। ਉਦਾਹਰਨ ਦੇ ਤੌਰ 'ਤੇ ਕਦੇ ਵਾਚ ਲੈਣਾ, ਇੱਕ ਘਰ ਇੱਕ ਦਿਨ ਦੇ ਵਿੱਚ ਕਿੰਨਾ ਕੂੜਾ ਪੈਦਾ ਕਰਦਾ ਹੈ। ਉਹ ਕੂੜਾ ਅਸੀਂ ਤਾਂ ਆਪਣੇ ਘਰ 'ਚੋਂ ਬਾਹਰ ਸੁੱਟ ਦਿੱਤਾ, ਹੁਣ ਉਹ ਵਾਲੇ ਵੀ ਡੰਪ 'ਤੇ ਸੁੱਟ ਆਉਣਗੇ, ਡੰਪ ਦਾ ਕੂੜਾ ਕਿੱਥੇ ਜਾਏਗਾ? ਕਿੰਨਾ ਕੁ ਰੀਸਾਈਕਲ ਕਰ ਲਵਾਂਗੇ? ਉਂਝ ਕੋਈ ਭਲਾ ਨਹੀਂ ਕੀਤਾ, ਪਰ ਆਪਣੇ ਘਰ ਦੇ ਕੂੜੇ ਨਾਲ ਧਰਤੀ ਦੀ ਗੰਦਗੀ 'ਚ ਵਾਧਾ ਕਰ ਦਿੱਤਾ। ਇਹ ਸਾਡੇ ਘਰਾਂ ਦੇ ਪਿਛੜੇ ਹੋਣ ਦਾ ਜਾਂ ਵਿਸਰਿਆ ਜਿਨ ਨਾਮ 'ਤੇ ਭੋਏ ਭਾਰਥੀਏ ਹੋਣ ਦਾ ਅਰਥ ਹੈ ਕਿ ਅਸੀਂ ਆਪਣੇ ਘਰ ਨੂੰ ਕਿਸੇ ਵੀ ਨੁਕਤੇ ਤੋਂ ਫੀਡ ਨਹੀਂ ਕੀਤਾ ਕਿ 2 ਰੁੱਖ ਵੱਧ ਲਗਾ ਕੇ ਜਿਹੜੀ ਆਲੇ ਦੁਆਲੇ ਦੀ ਮਾਤਰਾ ਆਕਸੀਜਨ ਦੀ ਉਹਦੀ ਭਰਪੂਰਤਾ ਹੀ ਕਰ ਦਈਏ। ਰੁੱਖ ਵੀ ਘਰ 'ਚੋਂ ਕੱਢਿਆ, ਬੰਦਗੀ ਵੀ ਕੱਢੀ, ਗਿਆਨ ਦਾ ਅਭਿਆਸ ਵੀ ਕੱਢਿਆ, ਸੇਵਾ ਦਾ ਕਰਮ ਵੀ ਕੱਢ ਦਿੱਤਾ, ਅਤੇ ਇਹਨੂੰ ਕਹਿ ਰਹੇ ਹਾਂ ਘਰ। ਇਹ ਘਰ ਨਹੀਂ ਹੋ ਸਕਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਤੇ ਘਰ ਮਰਹਟ ਸਾਰਖੇ, ਸ਼ਬਦ ਦੇਖੋ ਕਹਿੰਦੇ ਮਸਾਣਾ ਵਰਗੇ ਨੇ। ਅਤੇ ਮਸਾਣਾ 'ਚ ਕੀ ਹੁੰਦੀ ਹੈ? ਸੁੰਨਸਾਨ ਹੁੰਦੀ ਹੈ, ਉੱਥੇ ਡਰਾਉਣਾਪਣ ਹੁੰਦਾ ਹੈ, ਉੱਥੇ ਭਿਆਨਕਤਾ ਲੱਗਦੀ ਹੈ, ਬੰਦੇ ਉਹਦੇ ਲਾਗੋਂ ਲੰਘਦਿਆਂ ਵੀ ਡਰਦੇ ਨੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਆਖਦੇ ਹਨ ਜਾ ਕਰ ਸਾਧ ਨਾ ਸੇਵੀਏ, ਜਿਨ੍ਹਾਂ ਕਰ ਸਾਧ ਪੁਰਖਾਂ ਦੀ ਸੇਵਾ ਨਹੀਂ। ਇਸ ਕਰਕੇ ਧਰਤੀ 'ਤੇ ਅਧਿਆਤਮਿਕਤਾ ਨਹੀਂ ਪਲਦੀ। ਇਸ ਕਰਕੇ ਅਸੀਂ ਆਪਣੇ ਨਿਕਟ ਬਚਪਨ 'ਚ ਦੇਖਿਆ ਬਹੁਤ ਐਸੇ ਮੁਕਤ ਪੁਰਸ਼ ਆਉਂਦੇ ਸਨ। ਤਾਂ ਹੁਣ ਦੇਖੋ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਅਸੀਂ ਜਿਨ੍ਹਾਂ ਨੇ ਪੜ੍ਹਿਆ ਉਹ ਜਾਣਦੇ ਹੋਣਗੇ ਕਿ ਗੁਰੂ ਨਾਨਕ ਸਾਹਿਬ ਜੀ ਦੇ ਜਿਹੜਾ ਨਗਰ ਸੀ ਉਹਦੇ ਵਿੱਚ ਸਾਧੂਆਂ ਦੀਆਂ ਮੰਡਲੀਆਂ ਆਉਂਦੀਆਂ ਰਹਿੰਦੀਆਂ ਸਨ। ਤਾਂ ਗੁਰੂ ਨਾਨਕ ਸਾਹਿਬ ਛੋਟੇ ਹੁੰਦੇ ਉਹਨਾਂ ਦੇ ਨਾਲ ਗਿਆਨ ਦੀ ਚਰਚਾ, ਉਹਨਾਂ ਦੀ ਸੇਵਾ ਦਾ ਭਾਵ ਰੱਖਦੇ ਸਨ। ਜਿਹੜਾ ਸਾਧੂਆਂ ਨੂੰ ਭੋਜਨ ਛਕਾਇਆ ਗਿਆ, ਇਹ ਸਾਨੂੰ ਗੁਰੂ ਨੇ ਪ੍ਰੇਰਣਾ ਦੱਸੀ ਹੋਈ ਹੈ। ਹੁਣ ਇਹ ਨਹੀਂ ਪਤਾ ਕਿ ਉਹ ਗੁਰੂ ਸਾਹਿਬ ਨੇ ਤਾਂ ਨਵਾਜ਼ਿਸ਼ ਕੀਤੀ, ਇਕੱਲੀ ਸੇਵਾ ਥੋੜ੍ਹਾ ਕੀਤੀ ਸਾਧੂਆਂ ਦੀ, ਪਰ ਫਿਰ ਵੀ ਪਹਿਲਾ ਕਰਮ ਤਾਂ ਸਾਧੂ ਦੀ ਸੇਵਾ ਹੀ ਹੈ ਨਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਾ ਘਰ ਸਾਧ ਨਾ ਸੇਵੀ, ਹਰ ਕੀ ਸੇਵਾ ਨਾਏ। ਜਿੱਥੇ ਸਾਧ ਦੀ ਸੇਵਾ ਦਾ ਪ੍ਰਯੋਜਨ ਹੈ। ਅੱਜ ਤਾਂ ਇੰਨੇ ਅਸੀਂ ਵੀਕ ਹੋ ਗਏ ਹਾਂ, ਕਮਜ਼ੋਰ ਹੋ ਗਏ ਹਾਂ। ਆਪਣੇ ਘਰ ਦੇ ਵਿੱਚ ਅਧਿਆਤਮਿਕਤਾ ਦਾ ਅਭਿਆਸ ਪਾਲਣਾ ਤਾਂ ਬੜੀ ਅਸੰਭਵ ਹੀ ਹੋ ਗਿਆ ਲਗਭਗ। ਜੇ ਉਹਨੂੰ ਗੁਰੂ ਘਰ ਦੇ ਵਿੱਚ ਵੀ ਸਾਬਤ ਰੱਖਣਾ ਹੋਵੇ, ਅਸੀਂ ਉਹਦੇ ਲਈ ਵੀ ਪੂਰੇ ਯਤਨਸ਼ੀਲ ਨਹੀਂ ਹਾਂ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਹੁਣ ਸਾਧ ਸੇਵਾ ਦਾ ਵੱਡਾ ਮਹੱਤਵ ਕੀ ਹੁੰਦਾ, ਇਹ ਵੀ ਨੁਕਤੇ ਆਪਦੇ ਸਨਮੁਖ ਰੱਖਦੇ। ਗੁਰਬਾਣੀ ਦੇ ਵਿੱਚ ਜ਼ਿਕਰ ਪੜ੍ਹਦੇ ਹਾਂ, ਇੱਕ ਦਫਾ ਕੋਈ ਸਾਧ ਪੁਰਖ ਰਾਤ ਮੀਂਹ ਚੱਲਣ ਲੱਗ ਪਿਆ, ਗੜੇਮਾਰੀ ਹੋਣ ਲੱਗ ਪਈ, ਤਾਂ ਉਹ ਘੁੰਮਦੇ ਘੁਮਾਉਂਦੇ ਕਿਸੇ ਘਰ ਦੇ ਵਿੱਚ ਵੜ ਗਏ। ਉੱਥੇ ਕਿਸੇ ਨੁੱਕਰ 'ਚ ਲਾਗੇ ਖੜ੍ਹ ਗਏ ਆਪਣੀ ਵਰਖਾ ਤੋਂ ਬਚਾਅ ਕਰਨ ਲਈ, ਅਤੇ ਰਾਮ ਰਾਮ ਦੀ ਧੁਨ ਉਹਨਾਂ ਦੀ ਜ਼ੁਬਾਨ 'ਤੇ ਚੱਲ ਰਹੀ ਸੀ। ਇੰਨੇ ਨੂੰ ਜਦੋਂ ਇੱਕ ਇਸਤਰੀ ਉਹਨਾਂ ਦੇ ਕੋਲ ਆਈ, ਉਹਨੇ ਆ ਕੇ ਕਿਹਾ ਜੀ ਤੁਸੀਂ ਮੇਰੇ ਘਰ ਦੀ ਸਰਦਲ ਟੱਪ ਆਏ ਹੋ, ਤੁਹਾਨੂੰ ਮੇਰੇ ਨਾਲ ਕੀ ਕੰਮ ਹੈ? ਤਾਂ ਉਹ ਇਸਤਰੀ ਸੀ ਗਨਕਾ, ਬੇਸਵਾ ਬ੍ਰਿਤੀ ਦਾ ਉਹਦਾ ਕੰਮ ਸੀ।
ਸਾਧ ਪੁਰਖ ਕਹਿਣ ਲੱਗੇ ਜੀ ਸਾਨੂੰ ਕੋਈ ਬਹੁਤਾ ਪ੍ਰਯੋਜਨ ਨਹੀਂ, ਕੁਝ ਘੜੀਆਂ ਠਹਿਰਨਾ, ਵਰਖਾ ਰੁਕੇਗੀ ਚਲੇ ਜਾਵਾਂਗੇ। ਅਤੇ ਸੁਭਾਵਿਕ ਦੇਖ ਲਓ ਸਾਧ ਪੁਰਖ ਦੇ ਆਉਣ ਨਾਲ ਬੰਦੇ ਦਾ ਕੀ ਕਲਿਆਣ ਹੁੰਦਾ। ਵਰਖਾ ਸੀ ਆਪਣਾ ਜਿਹੜਾ ਮਲੀਨਤਾ ਵਾਲਾ ਕਰਮ ਸੀ ਉਹ ਅਕਸਰ ਕਰਨਾ ਪੈਂਦਾ ਸੀ ਉਹਨੂੰ ਆਪਣੇ ਪੇਟ ਖਾਤਰ ਜਾਂ ਕਿਸੇ ਹੋਰ ਖਾਤਰ। ਅੱਜ ਵਰਖਾ ਕਰਕੇ ਕੋਈ ਉਹ ਵੀ ਕਰਮ ਨਾ ਬਣ ਸਕਿਆ। ਸਾਧ ਪੁਰਖ ਆਇਆ, ਉਹਦੀ ਰਾਮ ਰਾਮ ਦੀ ਧੁਨ ਸੁਣ ਕੇ ਗਨਕਾ ਦੇ ਮਨ ਦਾ ਕੁਝ ਸੁਭਾਅ ਬਦਲਿਆ। ਉਹਨੇ ਸੋਚਿਆ ਮਲੀਨ ਕਰਮ ਤਾਂ ਰੋਜ਼ ਹੀ ਕਰਦੇ ਆ, ਰੋਜ਼ ਹੀ ਇਹ ਸਿਲਸਿਲਾ ਚੱਲਦਾ ਹੈ। ਅੱਜ ਸਾਧ ਪੁਰਖ ਆਇਆ, ਇੱਥੋਂ ਤੱਕ ਕਿ ਮੇਰੇ ਦੁਆਰ 'ਤੇ ਤਾਂ ਕਦੀ ਭੁੱਲ ਕੇ ਵੀ ਨਹੀਂ ਆਉਂਦਾ। ਜੇ ਅੱਜ ਕਾਰਨਵਸ਼ ਕੋਈ ਆ ਗਿਆ, ਇੱਥੇ ਤਾਂ ਪਹਿਲਾਂ ਵਕਾਰੀ ਪੁਰਖ ਹੀ ਆਉਂਦੇ ਨੇ, ਦੁਰਾਚਾਰੀ ਆਉਂਦੇ ਨੇ। ਜੇ ਅੱਜ ਸਾਧ ਪੁਰਖ ਆ ਗਿਆ ਤਾਂ ਘੱਟੋ ਘੱਟ ਇਹਦੀ ਸੇਵ ਕਮਾਉਣੀ ਚਾਹੀਦੀ। ਉਹ ਅੰਦਰ ਲਿਜਾ ਕੇ ਉਹਨੇ ਨਵੇਂ ਬਸਤਰ ਪਹਿਨਾਏ, ਨਿੱਘ ਆਦਿਕ ਦਾ ਪ੍ਰਬੰਧ ਕੀਤਾ, ਭੋਜਨ ਆਦਿਕ ਦਿੱਤਾ। ਸਾਰੀ ਰਾਤ ਉਹਨਾਂ ਦੇ ਕੋਲ ਬੈਠ ਕੇ ਗਿਆਨ ਦੀ ਵਿਚਾਰ, ਸ਼ਬਦ ਦਾ ਅਭਿਆਸ ਸੁਣਦੀ ਰਹੀ। ਕਈ ਵਰਿਆਂ ਦੀ ਮਲੀਨਤਾ ਦੀ ਬਣੀ ਹੋਈ ਮੈਲ ਸਾਰੀ ਰਾਤ ਦੇ ਵਿੱਚ ਲੈ ਗਈ। ਸਵੇਰੇ ਉਹਦਾ ਅੰਤਰ ਸਰੂਪ ਉੱਜਲ ਹੋ ਗਿਆ। ਉਹ ਜਾਣ ਲੱਗੇ ਤਾਂ ਕਹਿਣ ਲੱਗੀ ਮੈਂ ਤੁਹਾਡੀ ਸੇਵਾ ਕੀਤੀ ਹੈ, ਇਸ ਸੇਵਾ ਦਾ ਕੁਝ ਅਰਥ ਤਾਂ ਦੇ ਕੇ ਜਾਓ। ਉਹਨਾਂ ਦੇ ਕੋਲ ਇੱਕ ਉਹਨਾਂ ਦਾ ਬੜਾ ਪਿਆਰਾ ਪਾਲਿਆ ਤੋਤਾ ਸੀ, ਉਹ ਦੇ ਕੇ ਕਹਿਣ ਲੱਗੇ ਰਾਮ ਰਾਮ ਜਪਦਾ, ਹੋਰ ਕੋਈ ਸ਼ਬਦ ਨਹੀਂ ਕਹਿੰਦਾ, ਇਸ ਕਰਕੇ ਆਪ ਵੀ ਜਪਦੀ ਜਾਈ, ਇਹਨੂੰ ਵੀ ਜਪਾਉਂਦੀ ਗਈ। ਬੜਾ ਚਿਰੰਜ ਅਭਿਆਸ ਕਰਦੀ ਰਹੀ। ਹੌਲੀ ਹੌਲੀ ਜੀਵਨ 'ਚੋਂ ਪੂਰੀ ਮੈਲ ਦੂਰ ਹੋ ਗਈ। ਜੀਵਨ ਦੇ ਵਿੱਚੋਂ ਵੇਸਵਾ ਵਾਲੀ ਸਾਰੀ ਮੈਲ ਹੀ ਨਿਕਲ ਗਈ। ਆਖਰ ਇੱਕ ਦਿਨ ਉਹਨੂੰ ਚੂਰੀ ਖਿਲਾ ਰਹੀ ਸੀ, ਉਹ ਬੋਲੇ ਨਾ ਅੱਗੋਂ, ਪਿੰਜਰੇ 'ਚ ਹੱਥ ਪਾ ਕੇ ਕੱਢਣ ਲੱਗੀ। ਸੱਪ ਨੇ ਡੰਗਿਆ ਹੋਇਆ ਸੀ, ਸੱਪ ਨੇ ਗਨਕਾ ਨੂੰ ਵੀ ਡੰਗ ਦਿੱਤਾ। ਰਾਮ ਰਾਮ ਕਹਿੰਦਿਆਂ ਉਹਦੀ ਮ੍ਰਿਤੂ ਹੋ ਗਈ। ਇੱਕ ਸਾਧ ਪੁਰਖ ਦੇ ਸੰਗ ਨੇ ਗਨਕਾ ਵਰਗੀ ਵੇਸਵਾ ਨੂੰ ਵੀ ਜੀਵਨ ਦੀ ਸਾਰੀ ਮੈਲ ਤੋਂ ਮੁਕਤ ਕਰਕੇ ਉਹਦਾ ਕਲਿਆਣ ਕਰ ਦਿੱਤਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਾ ਘਰ ਸਾਧਨ ਸੇਵ ਇਹ, ਇੱਕ ਨਹੀਂ ਹਜ਼ਾਰਾਂ ਪ੍ਰਵਾਨ ਨੇ। ਜਿੰਨੇ ਮਰਜ਼ੀ ਭਗਤ ਜਾਮਲ ਜੀ ਦਾ ਦੇਖ ਲਓ, ਵਾਲਮੀਕ ਜੀ ਦਾ ਦੇਖ ਲਓ, ਇਸੇ ਤਰ੍ਹਾਂ ਭਗਤ ਧਰੂ ਦਾ ਦੇਖ ਲਓ, ਉਹਨਾਂ ਨੂੰ ਵੀ ਸਾਧ ਪੁਰਖ ਨੇ ਪ੍ਰੇਰਨਾ ਕੀਤੀ ਸੀ। ਇੰਝ ਭਗਤ ਸੈਣ ਜੀ ਬਾਰੇ ਆਉਂਦਾ ਕਿ ਉਹ ਰਾਜਦੁਆਰ ਦੀ ਸੇਵ ਕਰਦੇ ਸਨ, ਸਾਰੀ ਰਾਤ ਕੀਰਤਨ ਭਗਤੀ ਵਿੱਚ ਲੱਗੇ ਰਹਿਣਾ, ਸੁਬਾਹ ਜਾ ਕੇ ਰਾਜੇ ਦੀ ਮਾਲਿਸ਼ ਆਦਿਕ ਦੀ ਸੇਵਾ ਕਰਨੀ। ਇੱਕ ਦਿਨ ਸੰਤ ਪੁਰਖ ਆ ਗਏ ਅਤੇ ਉਹ ਹਟੇ ਨਾ, ਸਾਰੀ ਰਾਤ ਕੀਰਤਨ ਚੱਲਦਾ ਰਿਹਾ, ਸਵੇਰ ਤੱਕ ਵੀ ਚੱਲਦਾ ਰਿਹਾ। ਉਹ ਹੁਣ ਸਾਧ ਕਰਮ ਦੀ ਸੇਵਾ ਦੇ ਲਈ ਜਾ ਨਾ ਸਕੇ, ਆਪਣੀ ਨੌਕਰੀ ਦੀ ਚਿੰਤਾ ਵੀ ਛੱਡ ਦਿੱਤੀ। ਅਤੇ ਸਵੇਰੇ ਜਦੋਂ ਸ਼ਰਮਿੰਦੇ ਹੋ ਕੇ ਰਾਜਦੁਆਰ ਗਏ ਅਤੇ ਰਾਜਾ ਬੜਾ ਪ੍ਰਸੰਨ, ਕਹਿਣ ਲੱਗਾ ਰਾਤ ਐਸੀ ਮਾਲਿਸ਼ ਕੀਤੀ ਸਾਰੇ ਦਰਦ ਜਾਂਦੇ ਨੇ, ਮੈਂ ਬੜਾ ਪ੍ਰਸੰਨ, ਉਹਨਾਂ ਬੜੇ ਨਜ਼ਰਾਨੇ ਦਿੱਤੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਾ ਘਰ ਸਾਧ ਨਾ ਸੇਵੀ। ਹੁਣ ਸਾਧ ਦਾ ਇੱਕ ਹੋਰ ਵੀ ਅਰਥ ਹੈ ਕਿ ਧਰਤੀ 'ਤੇ ਦੋ ਤਿੰਨ ਹੀ ਬੰਦੇ ਵੱਡੇ ਹੁੰਦੇ ਨੇ, ਬਾਕੀ ਨਹੀਂ ਵੱਡੇ ਹੁੰਦੇ। ਇੱਕ ਹੁੰਦਾ ਬੰਦਗੀ ਵਾਲਾ, ਇੱਕ ਹੁੰਦਾ ਗਿਆਨ ਵਾਲਾ, ਅਤੇ ਇੱਕ ਹੁੰਦਾ ਫਕੀਰੀ ਵਾਲਾ। ਇਹ ਬੰਦੇ ਹੀ ਧਰਤੀ ਨੂੰ ਉਹਦਾ ਕਲਿਆਣ ਕਰਦੇ ਨੇ। ਇਸ ਕਰਕੇ ਇੱਕ ਦਫਾ ਦੱਸਿਆ ਨਾ ਕਿ ਇੱਕ ਫਕੀਰ ਸੀ ਤਾਂ ਕਿਸੇ ਸਮੇਂ ਵਿਰਾਗ ਹੋ ਗਿਆ ਅਤੇ ਉਹਨੇ ਕਿਹਾ ਸਾਰਾ ਕੁਝ ਮੈਂ ਵੰਡ ਦਿੱਤਾ। ਜਦੋਂ ਪਹਿਲਾਂ ਤਾਂ ਆਮ ਮੰਗਤੇ ਉਹਦੇ ਕੋਲ ਆਉਂਦੇ ਰਹੇ, ਆਖਰ ਨੂੰ ਇੱਕ ਗਿਆਨ ਵਾਲਾ ਮੰਗਤਾ ਉਹਦੇ ਕੋਲ ਆ ਗਿਆ। ਉਹ ਕਹਿਣ ਲੱਗਾ ਕਿ ਮੈਨੂੰ ਧਨ ਦੇ। ਉਹ ਕਹਿੰਦਾ ਮੇਰੇ ਕੋਲ ਕੁਝ ਹੈ ਨਹੀਂ। ਮੈਂ ਇਹ ਨੁਕਤਾ ਦੱਸ ਰਿਹਾ ਕਿ ਫਕੀਰ ਧਰਤੀ ਨੂੰ ਕਿਵੇਂ ਪਾਲ ਲੈਂਦਾ, ਸਾਡੇ ਵੱਡੇ ਵੱਡੇ ਘਰ ਨਹੀਂ ਪਾਲ ਸਕਦੇ। ਉਹ ਫਕੀਰ ਨੂੰ ਲਾਸਟ ਉਹਨੇ ਸਾਰਾ ਕੁਝ ਦਾਨ ਕਰਤਾ। ਉਹ ਇੱਕ ਫਕੀਰ ਆ ਗਿਆ ਉਹਦੇ ਕੋਲ, ਕਹਿਣ ਲੱਗਾ ਮੈਨੂੰ ਕੁਝ ਦੇ। ਕਹਿੰਦਾ ਮੇਰੇ ਕੋਲ ਤਾਂ ਕੁਝ ਹੈ ਨਹੀਂ, ਹੁਣ ਤੈਨੂੰ ਕੀ ਦੇ ਸਕਦਾ। ਕਹਿਣ ਲੱਗਾ ਤੇਰਾ ਕਰਮ ਹੈ ਅਤੇ ਮੈਂ ਲੈਣਾ, ਮੈਂ ਲੈਣ ਤੋਂ ਬਿਨਾਂ ਜਾਣਾ ਨਹੀਂ। ਮੈਂ ਵੀ ਅੱਜ ਕਈ ਵਰਸ਼ਾਂ ਬਾਅਦ ਹੱਥ ਅੱਡਿਆ, ਇਸ ਕਰਕੇ ਤੇਰੇ ਤੋਂ ਹੀ ਲੈਣਾ। ਬਾਜੀਤ ਕਹਿਣ ਲੱਗਾ ਚਲੋ ਠੀਕ ਹੈ। ਉਹ ਕਹਿੰਦਾ ਚੱਲ ਮੇਰੇ ਨਾਲ ਚੱਲ। ਉਹ ਚੱਲਿਆ ਅਤੇ ਜਿੱਥੇ ਗੁਲਾਮਾਂ ਦੀ ਬੋਲੀ ਲੱਗਦੀ ਸੀ ਅਰਬ ਦੇ ਵਿੱਚ, ਜਿੱਥੇ ਟਕੇ ਟਕੇ ਦੇ ਗੁਲਾਮ ਬੰਦੇ ਨੂੰ ਵੇਚਿਆ ਜਾਂਦਾ ਸੀ, ਉਹਦੇ ਵਿੱਚ ਜਾ ਕੇ ਉਹ ਫਕੀਰ ਖੜ੍ਹਾ ਹੋ ਗਿਆ ਉੱਚੇ ਥਾਂ 'ਤੇ। ਉਸੇ ਹੀ ਨਗਰ ਦਾ ਕਿਸੇ ਸਮੇਂ ਬਹੁਤ ਵੱਡਾ ਧਨੀ ਮਨੁੱਖ ਗਿਣਿਆ ਜਾਣ ਵਾਲਾ ਬੰਦਾ, ਜੋ ਗੁਲਾਮਾਂ ਦੀ ਮੰਡੀ ਵਿੱਚ ਖਲੋ ਕੇ ਅਤੇ ਆਪ ਆਵਾਜ਼ ਦੇ ਰਿਹਾ ਹੈ ਕਿ ਮੇਰਾ ਮੁੱਲ ਲਾਓ। ਅਤੇ ਉੱਥੋਂ ਦੇ ਬਾਕੀ ਲੋਕ ਹੈਰਾਨ ਕਿ ਅੱਜ ਕੁਝ ਸਾਲਾਂ ਪਹਿਲਾਂ ਹੀ ਇਹ ਇੰਨਾ ਧਨਵਾਨ ਬੰਦਾ, ਐਸੀ ਕੀ ਮੁਸੀਬਤ ਆ ਬਣੀ ਕਿ ਅੱਜ ਗੁਲਾਮਾਂ ਵਿੱਚ ਖਲੋ ਕੇ ਕਹਿ ਰਿਹਾ ਮੇਰੀ ਬੋਲੀ ਲਗਾਓ। ਉਹ ਝਿਜਕਣ ਸਾਰੇ ਕਿ ਕਿਸੇ ਸਮੇਂ ਅਮੀਰ ਰਿਹਾ, ਸਾਡੇ ਤੋਂ ਕਈ ਗੁਣਾ ਅਮੀਰ ਰਿਹਾ, ਅਸੀਂ ਕਿਵੇਂ ਬੋਲੀ ਲਗਾ ਸਕਦੇ ਇਹਦੀ। ਉਹ ਕਹਿਣ ਲੱਗੇ ਬਿਪਤਾ ਕੀ ਆ ਬਣੀ ਇਹ ਦੱਸ। ਕਹਿੰਦਾ ਨਹੀਂ ਬੋਲੀ ਲਗਾਓ। ਚਲੋ ਗੱਲਬਾਤ ਕਰਕੇ ਉਹਨਾਂ ਨੇ ਉਹਦੀ ਬੋਲੀ ਲਗਾਈ, ਜਿੰਨਾ ਉਹਦਾ ਮੁੱਲ ਪਿਆ ਗੁਲਾਮ ਹੋਣ ਦੇ ਨਾਤੇ। ਉਹਨੇ ਉਹ ਆਪਣੀ ਗੁਲਾਮੀ ਦੇ ਪੈਸੇ ਲਏ, ਉਹ ਫਕੀਰ ਨੂੰ ਦਿੱਤੇ ਅਤੇ ਆਪ ਜਿੰਨੇ ਉਹਨੂੰ ਖਰੀਦਿਆ ਸੀ ਉਹਦੇ ਨਾਲ ਚੱਲ ਪਿਆ। ਐਸੇ ਬੰਦੇ ਧਰਤੀ ਦੀ ਸੇਵਾ ਕਰ ਸਕਦੇ ਨੇ। ਸਾਡੇ ਘਰਾਂ ਦੇ ਵਿੱਚ ਤਾਂ ਇੰਨੀ ਜ਼ਿਆਦਾ ਮਾੜੀ ਹਾਲਤ ਹੋ ਗਈ ਹੈ
ਕਿ 4 ਜੀਆਂ ਤੋਂ ਵੱਧ ਇੱਕ ਪ੍ਰਸ਼ਾਦੇ ਦਾ ਵੱਧ ਪਕਾਉਣਾ ਪੈ ਜੇ ਨਾ, ਉਹ ਭਾਰ ਲੱਗਦਾ ਹੈ। ਤੁਸੀਂ ਦੇਖ ਲਓ ਸਾਡੇ ਘਰ ਕਿੰਨੇ ਵੀਕ ਨੇ। ਮੈਨੂੰ ਆਪਣੇ ਬਜ਼ੁਰਗਾਂ ਦੀ ਕਈ ਗੱਲ ਯਾਦ ਆਉਂਦੀ। ਉਹ ਕਈ ਵਾਰੀ ਉਹਨਾਂ ਕਹਿਣਾ ਕੁਝ ਨਾ ਵੱਧ ਪਕਾਇਆ ਕਰੋ। ਉਹਨਾਂ ਕਹਿਣਾ ਜੀ ਕਿਉਂ? ਕਹਿਣ ਲੱਗੇ ਧਰਤੀ 'ਤੇ ਕੋਈ ਬੰਦਗੀ ਵਾਲਾ ਬੰਦਾ, ਕੋਈ ਲੋੜਵੰਦ ਚੱਲਦਾ ਆ ਗਿਆ, ਫਿਰ ਭੱਜੇ ਦੌੜੋਗੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਾ ਘਰ ਸਾਧ ਨ ਸੇਵੀਏ, ਹਰ ਕੀ ਸੇਵਾ ਨਾਹੀਂ, ਤੇ ਘਰ ਮਰਹਟ ਸਾਰਖੇ। ਉਹ ਘਰ ਮਸਾਣਾ ਵਰਗਿਆਂ। ਦੇਖੋ ਸਾਡੇ ਭਗਤ ਕਬੀਰ ਸਾਹਿਬ ਦੇ ਸ਼ਬਦ ਦੇਖੋ ਕੀ ਕਹਿ ਰਹੇ ਨੇ। ਮਸਾਣ ਦਾ ਅਰਥ ਹੈ ਉਹਦੇ ਵਿੱਚ ਕੋਈ ਜੀਵਨ ਨਹੀਂ ਹੁੰਦਾ। ਇਸ ਕਰਕੇ ਧਰਤੀ 'ਤੇ ਬੰਦਗੀ, ਗਿਆਨ, ਸੇਵਾ ਪਲ ਜਾਵੇ। ਸਾਨੂੰ ਆਪਣੇ ਸਾਡੇ ਘਰਾਂ ਦੇ ਅਰਥ ਬਣਾਉਣੇ ਪੈਣਗੇ। ਅਤੇ ਗੁਰੂ ਨਾਨਕ ਸਾਹਿਬ ਜੀ ਨੇ ਕਿੱਡਾ ਵੱਡਾ ਜੀਵਨ ਦੇਖਿਆ। ਦੇਖੋ ਜਦੋਂ ਮੋਦੀਖਾਨੇ ਰਹੇ, ਹੈ ਆਪਣੀ ਨਿੱਜੀ ਨੌਕਰੀ, ਪਰ ਫਿਰ ਵੀ ਲੋਕਾਂ ਦਾ ਕਲਿਆਣ ਹੈ। ਜਦੋਂ ਬਚਪਨ ਦੇ ਵਿੱਚ ਘਰ ਰਹਿ ਆਪਣੇ ਘਰ ਵਿੱਚ ਰਹੇ ਨੇ, ਉਹਨਾਂ ਦੀ ਚੀਜ਼ਾਂ ਦੂਜਿਆਂ ਦੇ ਪ੍ਰਯੋਜਨ ਹਿੱਤ ਆ ਰਹੀਆਂ ਨੇ। ਜਦੋਂ ਗੁਰੂ ਨਾਨਕ ਸਾਹਿਬ ਉਦਾਸੀਆਂ 'ਤੇ ਰਹੇ, ਜਿਹੜਾ ਧਨ ਕੋਈ ਹੁੰਦਾ ਸੀ ਉਹ ਗਰੀਬਾਂ 'ਚ ਕਹਿ ਕੇ ਵੰਡਵਾ ਦਿੰਦੇ ਸਨ। ਜਦੋਂ ਗੁਰੂ ਨਾਨਕ ਸਾਹਿਬ ਨੇ ਖੇਤੀ ਕੀਤੀ, ਉਹ ਸਾਰਾ ਧਨ ਜਿਹੜਾ ਖੇਤ ਫਸਲ ਸੀ ਉਹ ਕਰਤਾਰਪੁਰ ਸਾਹਿਬ ਦੇ ਲੰਗਰ 'ਚ ਪੈਂਦੀ ਸੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਾ ਘਰ ਸਾਧ ਨ ਸੇਵੀ ਇਹ, ਹਰ ਕੀ ਸੇਵਾ ਨਾਹੇ, ਤੇ ਘਰ ਮਰਹਟ ਸਾਰਖੇ। ਇਸ ਕਰਕੇ ਬਾਣੀ 'ਚ ਨਾ ਇੱਕ ਵਾਕ ਆਉਂਦੇ ਨੇ, ਕਲੀ ਅੰਦਰ ਨਾਨਕਾ ਜਿੰਨਾਂ ਦਾ ਅਵਤਾਰ, ਪੁੱਤ ਜਿੰਨੂਰਾ ਧੀ ਜਿੰਨੂਰੀ ਜੋਰੂ, ਜਿਨ੍ਹਾਂ ਦਾ ਸਿਕਦਾਰ। ਕਿ ਕਲਯੁੱਗ ਦੇ ਵਿੱਚ ਜਿਨ੍ਹਾਂ ਦੇ ਅੰਦਰ ਦਇਆ ਦਾ, ਖਿਮਾ ਦਾ, ਭਗਤੀ ਦਾ, ਸ਼ਬਦ ਦਾ ਅਭਿਆਸ ਨਹੀਂ ਹੈ, ਇਹ ਜਿਉਂਦਿਆਂ ਭੂਤ ਸਮਾਨ ਨੇ। ਅਤੇ ਭੂਤ ਦਾ ਸਮਾਨ ਕੀ ਡਰਾਵਣੇ ਲੱਗਦੇ ਨੇ। ਇਸ ਕਰਕੇ ਮੈਂ ਵੀ ਕੱਲ੍ਹ ਹੀ ਅਸੀਂ ਆਪਸ ਦੇ ਵਿੱਚ ਗੱਲ ਕਰ ਰਹੇ ਸਨ ਕਿ ਇਹ ਧਰਤੀ ਦਾ ਸੰਕਟ ਹੈ। ਖਾਸ ਕਰਕੇ ਇੱਥੋਂ ਦਾ ਬੜੀ ਬਰੀਕੀ ਨਾਲ ਨੋਟ ਕੀਤਾ ਹੋਇਆ, ਕਿਉਂਕਿ ਰੋਜ਼ ਜਿਉਂ ਰਹੇ ਇਸ ਚੀਜ਼ ਨੂੰ ਤਾਂ ਉਹਦੀ ਸੀਮਾ ਸਮਝ ਆਉਂਦੀ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਤੇ ਘਰ ਮਰਹਟ ਸਾਰਖੇ, ਭੂਤ ਬਸੇ ਤਿਨ ਮਾਏ। ਕਿਉਂਕਿ ਡਰਾਵਣੇ ਲੱਗ ਰਹੇ ਨੇ। ਧਰਤੀ ਦੀ ਥਾਂ ਮੱਲ ਲਈ ਹੈ, ਪਰ ਧਰਤੀ ਦਾ ਕਲਿਆਣ ਨਹੀਂ ਕਰ ਰਹੇ। ਇਸ ਕਰਕੇ ਫਕੀਰ ਦੀ ਛਜੜੀ ਛੱਪੜੀ ਉਹਨੂੰ ਤਾਂ ਸੁਹਾਵਣੀ ਕਿਹਾ ਕਿ ਉਹ ਧਰਤੀ 'ਤੇ ਸਪੇਸ ਘੱਟ ਘੇਰਦੀ ਹੈ, ਪਰ ਅਰਥ ਵੱਡਾ ਪੈਦਾ ਕਰਦੀ ਹੈ। ਅਸੀਂ ਥਾਂ ਵੱਡਾ ਘੇਰਦੇ ਹਾਂ, ਅਰਥ ਸਾਡਾ ਬੜਾ ਛੋਟਾ ਹੁੰਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਦੀ ਬਾਣੀ 'ਚ ਵਾਕ ਆਉਂਦੇ ਨਾ, ਕਬੀਰ ਸਾਧੂ ਕੀ ਸੰਗਤ ਰਹੋ, ਜਾਓ ਕੀ ਭੂਸੀ ਖਾਓ, ਹੋਣਹਾਰ ਸੋ ਹੋਏ ਹੈ, ਸਾਕਤ ਸੰਗ ਨਾ ਜਾਓ। ਇਸ ਕਰਕੇ ਸਾਨੂੰ ਅੱਜ ਦੇ ਸ਼ਲੋਕ ਦੁਆਰਾ ਭਗਤ ਕਬੀਰ ਸਾਹਿਬ ਜੀ ਨਿਵਾਜਿਸ਼ ਕਰਦੇ ਹਨ ਕਿ ਸਾਨੂੰ ਪਹਿਲਾਂ ਘਰ ਬਣਾਉਣ ਤੋਂ ਪਹਿਲਾਂ ਆਪਣੇ ਘਰ ਦੇ ਅਰਥ ਘੜਨੇ ਆਉਣੇ ਚਾਹੀਦੇ ਹਨ। ਘਰ ਦੇ ਅਰਥ ਘੜਨ ਦਾ ਭਾਵ ਕੀ ਹੈ? ਜਿਵੇਂ ਹੁਣ ਯੂਨੀਵਰਸਿਟੀਆਂ ਬਣਦੀਆਂ ਨੇ, ਉਹਦੇ ਵਿੱਚ ਨਾ ਸਭ ਤਰ੍ਹਾਂ ਦੇ ਡਿਪਾਰਟਮੈਂਟ ਬਣਦੇ ਨੇ। ਚਿਤਵਿਆ ਜਾਂਦਾ ਕਿ ਆ ਇੱਥੇ ਬਣੇਗਾ, ਇੱਥੇ ਬਣੇਗਾ। ਉੱਥੇ ਇੱਕ ਬਣਦਾ ਕਾਨਫਰੰਸ ਹਾਲ। ਉੱਥੇ ਕਾਨਫਰੰਸ ਹਾਲ ਬਣਦਾ। ਉਹਦਾ ਕੀ ਹੁੰਦਾ ਹੈ ਕਿ ਇਹ ਉਹ ਜਗ੍ਹਾ ਜਿੱਥੇ ਬਹਿ ਕੇ ਮਤਲਬ ਗੱਲਾਂ ਬਾਤਾਂ ਗਿਆਨ ਦੀਆਂ ਕੀਤੀਆਂ ਜਾਣਗੀਆਂ ਜਾਂ ਇੱਕ ਜਣਾ ਬੋਲੇਗਾ। ਸਾਡੇ ਘਰ ਦੇ ਕਿਸ ਹਿੱਸੇ ਵਿੱਚ ਇਹ ਅਭਿਆਸ ਹੁੰਦਾ ਸਾਨੂੰ ਪਤਾ ਨਹੀਂ। ਅਤੇ ਅੱਜ ਤਾਂ ਇਸ ਕਰਕੇ ਮੈਂ ਕਹਿ ਰਿਹਾ ਕਿ ਅਸੀਂ ਜਿਹੜਾ ਵੈਸਟ ਦੇ ਮਗਰ ਲੱਗੇ ਹੋਏ ਹਾਂ, ਵੈਸਟ ਨੇ ਸਾਡੀ ਅਧਿਆਤਮਿਕਤਾ ਨੂੰ, ਸਾਡੀ ਗੁਰੂ ਦੀ ਮਿਹਰ ਨੂੰ ਸਾਬਤ ਨਹੀਂ ਰਹਿਣ ਦੇਣਾ। ਅਤੇ ਆਪਣੇ ਘਰਾਂ ਦੇ ਅਰਥ ਸਾਨੂੰ ਆਪਣੇ ਗੁਰੂ ਦੇ ਸ਼ਬਦ ਵਿੱਚੋਂ ਹੀ ਪੂਰੇ ਕਰਨੇ ਪੈਣਗੇ ਕਿ ਉਸ ਘਰ ਵਿੱਚੋਂ। ਇਸ ਕਰਕੇ ਜਦੋਂ ਪਿਛਲੇ ਸਾਲ 550 ਸਾਲਾ ਮਨਾਇਆ ਤਾਂ ਕਿਸੇ ਪੰਥ ਦੇ ਬੜੇ ਵੱਡੇ ਵਿਦਵਾਨ ਨਾਲ ਮੇਰੀ ਗੱਲ ਹੋ ਰਹੀ ਸੀ। ਕਹਿੰਦਾ ਜੀ ਇਸ ਸਾਲ ਦੇ ਵਿੱਚ ਅਸੀਂ ਕੀ ਅਰਥ ਦਈਏ ਇੱਕ ਲਾਈਨ ਦੇ ਵਿੱਚ 550 ਸਾਲਾਂ ਦਾ, ਤੁਸੀਂ ਦੱਸੋ। ਮੈਂ ਕਿਹਾ ਸਿੱਖਾਂ ਨੂੰ ਇੱਕੋ ਅਰਥ ਦੇ ਦਿਓ ਕਿ ਜਿਹੜਾ ਲੰਗਰ, ਕੀਰਤਨ, ਗਿਆਨ ਦੀ ਚਰਚਾ, ਸਤਸੰਗਤ ਗੁਰੂ ਘਰ 'ਚ ਭਾਲਦੇ ਆ ਨਾ, ਜੇ ਇਹਦਾ ਕੁਝ ਅੰਸ਼ ਮਾਤਰ ਹਿੱਸਾ ਆਪਣੇ ਨਿੱਜ ਘਰਾਂ 'ਚ ਪੈਦਾ ਕਰਨਾ ਸ਼ੁਰੂ ਕਰ ਦੇਵਾਂਗੇ ਤਾਂ ਸਿੱਖੀ ਦਾ ਕਲਿਆਣ ਆਪਣੇ ਆਪ ਨਾਲ ਹੋ ਜਾਏਗਾ। ਕੋਈ ਬਹੁਤੇ ਵੱਡੇ ਅਰਥ ਘੜਨ ਦੀ ਲੋੜ ਨਹੀਂ। ਕਿ ਸਾਡੇ ਤਾਂ ਇੰਨੇ ਵੀ ਜ਼ਿਕਰ ਕੀਤਾ ਕਿ ਮਤਲਬ ਕਈ ਦਫਾ ਅਸੀਂ ਇਸ ਤਰ੍ਹਾਂ ਦਾ ਦੇਖਿਆ, ਹੰਡਾਉਂਦੇ ਰਹਿੰਦੇ ਜਿੱਥੇ ਵੀ ਜਾਈਦਾ। ਇਸ ਕਰਕੇ ਮੈਂ ਉਹਦਾ ਅਰਥ ਹੈ ਕਿ ਸਿੱਖ ਦੇ ਘਰ ਵਿੱਚ ਸਤਸੰਗਤ ਵੀ ਹੋਵੇ, ਕੀਰਤਨ ਵੀ ਹੋਵੇ, ਗਿਆਨ ਦੀ ਚਰਚਾ ਵੀ ਹੋਵੇ, ਸੇਵਾ ਦਾ ਕਰਮ ਵੀ ਹੋਵੇ, ਭਾਵੇਂ ਛੋਟੇ ਰੂਪ 'ਚ ਹੋਵੇ, ਜਿੰਨੀ ਸਮਰੱਥਾ ਹੈ। ਜੇ ਇੰਨੇ ਅਰਥ ਇੱਕ ਘਰ ਧਰਤੀ 'ਤੇ ਪਾਲ ਲਏਗਾ ਅਤੇ ਉਹ ਧਰਤੀ 'ਤੇ ਸਹੀ ਅਰਥਾਂ ਵਾਲਾ ਘਰ ਹੋਣ ਦਾ ਦਾਅਵਾ ਜਾਂ ਉਹਦੀ ਅਹਿਮੀਅਤ ਹੈਗੀ ਹੈ, ਨਹੀਂ ਤੇ ਨਹੀਂ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਦੀ ਕਿਰਪਾ ਕਰਨ, ਸੇਵਾ ਦਾ ਪ੍ਰਯੋਜਨ, ਅਧਿਆਤਮਿਕਤਾ ਦੀ ਸੂਝ, ਗੁਰੂ ਸ਼ਬਦ ਨਾਲ ਪ੍ਰੀਤ ਸਾਡੇ ਸਾਰਿਆਂ ਦੇ ਹਿਰਦਿਆਂ ਅੰਦਰ ਵਸ ਜਾਏ ਜੀ। ਅਸੀਂ ਸੇਵਾ ਦੇ ਕਰਮ ਨੂੰ ਗੁਰਬਾਣੀ 'ਚ ਅਸੀਂ ਸੁਖਮਨੀ ਸਾਹਿਬ ਦੀ ਬਾਣੀ ਸਾਰੇ ਪੜ੍ਹਦੇ ਨੇ। ਉਹਦੇ ਵਿੱਚ ਵਾਕ ਆਉਂਦਾ, ਚਰਨ ਸਾਧਕੇ ਧੋਏ ਧੋਏ ਪੀਓ, ਔਰ ਪ੍ਰਸਾਦ ਕੋ ਆਪਣਾ ਜੀਓ। ਇਸ ਕਰਕੇ ਇਵੇਂ ਦਾ ਪ੍ਰਯੋਜਨ ਸਾਡਾ ਬਣ ਜਾਏ। ਸਾਡਾ ਸਾਰਿਆਂ ਦਾ ਇੱਥੇ ਆਇਆ ਸਫਲ ਆਵੇ ਜੀ। ਆਪ ਦੇ ਸਨਮੁਖ ਸ਼ਬਦ ਵਿਚਾਰ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।